ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 290 ਤੇ ਉੱਤੋਂ ਤੀਸਰੀ ਭਗਤੀ ਹੈ, 4 ਨੰਬਰ ਤੋਂ ਬਾਅਦ। ਸਾਜਨ ਸੰਤ ਕਰੋ ਏ ਕਾਮ, ਆਮ ਤਿਆਗ ਜਪੋ ਹਰ ਨਾਮ। ਹੇ ਸਜਣੋ, ਹੇ ਸੰਤ ਜਨੋ, ਇਹ ਕੰਮ ਕਰੋ, ਆਣ ਤਿਆਗ, ਹੋਰ ਸਾਰੇ ਫਜ਼ੂਲ ਦੇ ਕੰਮ ਛੱਡੋ, ਜਪੋ ਹਰ ਨਾਮ, ਪਰਮਾਤਮਾ ਦਾ ਨਾਮ ਜਪੋ। ਮਨੁੱਖ ਸਾਰਥਕ ਕੰਮ ਘੱਟ ਕਰਦੇ, ਮੈਂ ਫਜ਼ੂਲ ਦੇ ਕੰਮ ਕਰਦਾ ਰਹਿੰਦਾ। ਚੋਰੀਆਂ ਕਰਨਾ, ਡਾਕੇ ਮਾਰਨਾ, ਠੱਗੀਆਂ ਕਰਨਾ, ਮਿਲਾਵਟਾਂ ਕਰਨਾ, ਧੋਖਾਧੜੀ ਕਰਨਾ, ਲੜਾਈਆਂ ਝਗੜੇ ਕਰਨਾ, ਇਹ ਆਨ ਕਾਮ ਨੇ, ਇਹ ਆਨ ਕਾਮ ਨੇ, ਇਹ ਫਜ਼ੂਲ ਦੇ ਕੰਮ ਨੇ। ਕਹਿੰਦੇ ਆਨ ਕੰਮ ਜਿਹੜੇ ਨੇ, ਆਨ ਹੋਰ ਫਜ਼ੂਲ ਦੇ ਜਿਹੜੇ ਕੰਮ ਨੇ ਛੱਡੋ, ਜਪੋ ਹਰ ਨਾਮ, ਪਰਮਾਤਮਾ ਦਾ ਨਾਮ ਜਪੋ। ਕਿ ਫਜ਼ੂਲ ਦੇ ਛੱਡਾਂਗੇ ਤਾਂ ਹੀ ਵੇਲ ਹੋਵੇਗੀ, ਵੇਲ ਹੋਵੇਗੀ ਤਾਂ ਨਾਮ ਜਪਾਂਗੇ। ਜਾਂ ਫਿਰ ਸੋਝੀ ਆ ਜੇ ਕਿ ਨਾਮ ਜਪਾਂਗੇ ਤਾਂ ਵੇਲ ਆਪੇ ਹੋ ਜਾਏਗੀ। ਜਿਵੇਂ ਤੁਸੀਂ ਸਤਸੰਗ ਕਰ ਰਹੇ ਹੋ, ਕੁਸੰਗਤ ਆਪੇ ਖਤਮ ਹੋ ਗਈ। ਜੇ ਤੁਸੀਂ ਕਹੋ ਪਹਿਲਾਂ ਕੋਈ ਕੁਸੰਗਤ ਛੱਡੇ ਫਿਰ ਸਤਸੰਗ 'ਚ ਮੁਸ਼ਕਿਲ ਹੈ। ਕੁਸੰਗੀ ਨੂੰ ਵੀ ਸਤਸੰਗ 'ਚ ਲੈ ਆਓ, ਆਪੇ ਕੁਸੰਗਤ ਛੱਡ ਦੇਗਾ ਉਹ। ਇੱਕ ਸਮੇਂ ਇੱਕੋ ਹੀ ਚੀਜ਼ ਹੋ ਸਕਦੀ, ਜਾਂ ਕੁਸੰਗਤ ਕਰ ਲਓ ਜਾਂ ਸਤਸੰਗਤ ਕਰ ਲਓ। ਇਸ ਲਈ ਇਹ ਮਨੁੱਖ ਫਜ਼ੂਲ ਦੇ ਕੰਮ ਕਰਦਾ ਹੁੰਦਾ, ਫਿਰ ਕਹਿੰਦਾ ਮੇਰੇ ਕੋਲ ਵੇਲ ਨਹੀਂ ਹੈ ਜੀ। ਕੋਈ ਹਿੰਦੁਸਤਾਨੀ ਜੇ ਕਹੇ ਮੇਰੇ ਕੋਲ ਵੇਲ ਨਹੀਂ ਹੈ ਤਾਂ ਕੋਈ ਮੰਨਦਾ ਹੀ ਨਹੀਂ ਹੈਗਾ। ਸੰਸਾਰ ਦਾ ਕੋਈ ਦੇਸ਼ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈਗਾ। ਉਹ ਕਹਿੰਦੇ ਹਿੰਦੁਸਤਾਨ ਦੇ ਵੇਲੜਾਂ ਦਾ ਦੇਸ਼ ਹੈ, ਇਹਨੂੰ ਵੇਲੜਾਂ ਦਾ ਦੇਸ਼ ਕਹਿੰਦੇ ਨੇ। ਇੱਥੇ ਇੱਕ ਕਮਾਉਂਦਾ, 4 ਖਾ ਰਹੇ ਨੇ। ਬਾਹਰਲੇ ਦੇਸ਼ਾਂ 'ਚ ਇੱਕ ਕਮਾਉਂਦਾ, ਇੱਕੋ ਹੀ ਖਾਂਦਾ। ਇਸ ਉੱਥੇ ਸਾਰਿਆਂ ਨੂੰ ਕੰਮ ਕਰਨਾ ਪੈਂਦਾ। ਇੱਕ ਦੀ ਕਮਾਈ ਨਾਲ ਤਾਂ ਪਰਿਵਾਰ ਦਾ ਗੁਜ਼ਾਰਾ ਹੀ ਨਹੀਂ ਹੁੰਦਾ, ਸਭ ਨੂੰ ਕੰਮ ਕਰਨਾ ਪੈਂਦਾ ਉੱਥੇ। ਇਸ ਲਈ ਉਹ ਸਾਨੂੰ ਵੇਲੜ ਗਿਣਦੇ ਨੇ, ਵੀ ਇਹਦਾ ਵੇਲੜ ਹੈ, ਕੰਮ ਨਹੀਂ ਕਰਦੇ, ਧੰਦਾ ਨਹੀਂ ਕਰਦੇ। ਫਿਰ ਵੀ ਅਸੀਂ, ਸਾਡੀ ਗੋਡੇ ਲੱਗ ਕੇ ਫਿਰ ਵੀ ਅਸੀਂ ਖਾ ਪੀ ਰਹੇ ਹਾਂ। ਕਰਦੇ ਵੀ ਕੁਛ ਨਹੀਂ, ਤੁਹਾਡੇ ਜਵਾਕ ਕੱਖ ਨਹੀਂ ਕਰਦੇ, ਅਵਾਰਾ ਕਰਦੇ ਨੇ, ਰੋਟੀ ਪਾਣੀ ਫਿਰ ਵੀ ਵਧੀਆ ਖਾ ਰਹੇ, ਕੱਪੜੇ ਵਧੀਆ ਪਹਿਨ ਰਹੇ ਨੇ, ਦੇ ਰਹੇ ਨੇ ਉਹਨਾਂ ਨੂੰ। ਇਹ ਕਲਾਸ ਦੇਸ਼ ਹੈ, ਇੱਕ ਕਮਾਉਂਦਾ, 4 ਖਾਂਦੇ। ਬਾਕੀ ਯੂਰਪ ਦੇ ਕੀ, ਅਮਰੀਕਾ, ਕੈਨੇਡਾ ਦੇ ਸਾਰੇ ਦੇ ਸਾਰੇ ਜੀ ਕਮਾਉਂਦੇ ਨੇ, ਤਾਂ ਜਾ ਕੇ ਗੁਜ਼ਾਰਾ ਚੱਲਦਾ ਕਰਦਾ। ਇਸ ਲਈ ਕਹਿੰਦੇ ਉਹਨਾਂ, ਇਸ ਲਈ ਉਹਨਾਂ ਨੂੰ ਇੰਨਾ ਕੰਮ ਕਰਨਾ ਪੈਂਦਾ, ਉਹਨਾਂ ਕੋਲ ਜਿਹੜਾ ਨਾਮ ਜਪਣ ਨੂੰ ਟਾਈਮ ਹੀ ਨਹੀਂ ਹੈਗਾ। 12-12, 14-14, 16-16 ਘੰਟੇ ਕੰਮ ਕਰਨਾ ਉਹਨਾਂ ਨੇ। ਅਤੇ ਜਿਹਨਾਂ ਕੋਲ ਟਾਈਮ ਹੈਗਾ ਉਹਨਾਂ ਨੇ ਸੋਝੀ ਨਹੀਂ ਵੀ ਨਾਮ ਵੀ ਜਪਣਾ ਹੈ। ਇਹ ਵੀ ਜਿਹਨੂੰ ਸੋਝੀ ਹੋਵੇਗੀ, ਸੋਝੀ ਕਿਹਨੂੰ ਆਏਗੀ? ਜਿਹੜਾ ਸਤਸੰਗ ਕਰੇਗਾ। ਜਿਹਨੇ ਸਤ ਸੰਗਤ ਹੀ ਨਹੀਂ ਕਰਨੀ, ਉਹਨੂੰ ਸੋਝੀ ਕਿੱਥੋਂ ਆਉਣੀ? ਉਹਨੂੰ ਸੋਝੀ ਕਿੱਥੋਂ ਆਉਣੀ? ਸਤ ਸੰਗਤ ਤੋਂ ਬਿਨਾਂ ਸੋਝੀ ਆਇਆ ਹੀ ਨਹੀਂ ਕਰਦੀ ਹੈਗੀ। ਬਿਨ ਸੰਗਤੀ ਐਸੇ ਰਹੇ ਜੈਸੇ ਪਸ਼ੂ ਢੋਰ। ਸਤ ਸੰਗਤ ਤੋਂ ਬਿਨਾਂ ਤਾਂ ਮਨੁੱਖ ਇਸ ਤਰ੍ਹਾਂ ਜਿਵੇਂ ਡੰਗਰ ਹੋਵੇ, ਜਿਵੇਂ ਡੰਗਰ ਨੂੰ ਕੋਈ ਸੋਝੀ ਨਹੀਂ ਹੈ, ਉਹਨੂੰ ਨਹੀਂ ਪਤਾ ਕੀ ਠੀਕ ਹੈ ਅਤੇ ਕੀ ਗਲਤ ਹੈ। ਇਹ ਤਾਂ ਮਨੁੱਖ ਨੂੰ ਫਿਰ ਪਤਾ ਲੱਗਦਾ ਸਤ ਸੰਗਤ 'ਚ ਆ ਗਏ ਕਿ ਕੀ ਠੀਕ ਹੈ ਅਤੇ ਕੀ ਗਲਤ ਹੈ। ਨਹੀਂ ਤਾਂ ਉਦੋਂ ਪਹਿਲਾਂ ਜੋ ਕਰ ਰਹੇ ਕਹਿੰਦੇ ਇਹੀ ਠੀਕ ਹੈ। ਸਤ ਸੰਗਤ ਕਰਦੇ ਫਿਰ ਪਤਾ ਲੱਗਦਾ ਉਹ ਮੈਂ ਤਾਂ ਇੰਨੇ ਸਾਲ ਗਲਤ ਹੀ ਕਰਦਾ ਰਿਹਾ, ਫਿਰ ਛੱਡ ਜਾਂਦਾ। ਇਸ ਲਈ ਕਹਿੰਦੇ ਆਣ ਤਿਆਗ ਜਪੋ ਹਰ ਨਾਮ, ਹੋਰ ਫਜ਼ੂਲ ਦੇ ਸਾਰੇ ਕੰਮ ਛੱਡੋ ਅਤੇ ਹਰੀ ਦਾ ਨਾਮ ਜਪੋ। ਹੇ ਸਜਣੋ, ਹੇ ਸੰਤ ਜਨੋ, ਇਹ ਕੰਮ ਕਰੋ ਕਿ ਨਾਮ ਜਪੋ। ਫਿਰ ਕੀ ਹੋਏਗਾ ਜੀ? ਨਾਮ ਜਪਣ ਨਾਲ ਕੀ ਹੋਏਗਾ? ਕਹਿੰਦੇ ਸਿਮਰ 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 ਸੁਖ ਪਾਵੋ। ਸਿਮਰਨ ਕਰ ਕਰਕੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਆਪ ਜਪੋ ਅਵਰਹ ਨਾਮ ਜਪਾਵੋ। ਆਪ ਹੀ ਨਾਮ ਜਪੋ
ਤੇ ਦੂਜਿਆਂ ਤੋਂ ਵੀ ਨਾਮ ਜਪਾਓ। ਸਿੱਖ ਨੂੰ ਸਵਾਰਥੀ ਹੋਣਾ ਨਹੀਂ ਕਿਹਾ ਵੀ ਤੁਸੀਂ ਆਪਣਾ ਜਪੀ ਜਾਓ ਪਰ ਦੂਜੇ ਤੋਂ ਕੀ ਲੈਣਾ ਜੀ। ਇਹ ਸਵਾਰਥ ਹੈ, ਇਹ ਸਵਾਰਥ ਹੈ ਵੀ ਆਪ ਜਪੀ ਜਾਓ ਪਰ ਦੂਜੇ ਤੋਂ ਕੀ ਲੈਣਾ ਜੀ। ਨਹੀਂ, ਦੂਜੇ ਨੂੰ ਪ੍ਰੇਰਨਾ, ਤੁਹਾਨੂੰ ਫਿਰ ਨਾਮ ਜਪਣਾ ਸੌਖਾ ਹੋ ਜਾਏਗਾ। ਘਰ 'ਚ ਤੁਸੀਂ ਇਕੱਲੇ ਹੀ ਨਾਮ ਜਪਣਾ, ਬਾਕੀ ਨਹੀਂ ਜਪਦੇ, ਉਹ ਤਾਂ TV ਲਾ ਲੈਣਗੇ, ਉਹ ਤਾਂ ਗੀਤ ਸੁਣਨ ਲੱਗ ਜਾਣਗੇ, ਉਹ ਤਾਂ ਫਿਲਮ ਲਾ ਲੈਣਗੇ। ਤੁਸੀਂ ਕਹੋ ਬੰਦ ਕਰੋ, ਚਲੋ ਜੀ ਚਲੋ ਡੈਡੀ ਕਿਸੇ ਹੋਰ ਕਮਰੇ ਚਲੇ ਜਾਓ, ਅਸੀਂ ਆਪਣਾ TV ਦੇਖਣਾ ਹੈ। ਅਤੇ ਜੇ ਤੁਸੀਂ ਸਾਰੇ ਨਾਮ ਜਪਣ ਲਾ ਲਿਆ ਫਿਰ ਹੋਵੇ ਠੀਕ। ਨਾਮ ਵੀ ਤਾਂ ਹੀ ਜਪਿਆ ਜਾ ਸਕਦਾ ਹੈ ਜੇ ਤੁਸੀਂ ਦੂਜਿਆਂ ਨੂੰ ਲਾਵੋਗੇ, ਨਹੀਂ ਤਾਂ ਨਹੀਂ ਤੁਹਾਡੀ ਗੱਲ ਬਣਨੀ ਇਕੱਲਿਆਂ ਦੀ। ਜਾਂ ਫਿਰ ਪੁਰਾਣੇ ਜ਼ਮਾਨੇ ਘਰ ਬਾਰ ਛੱਡ ਕੇ ਜਾਣਾ ਪੈਣਾ ਜੰਗਲਾਂ 'ਚ। ਇਸੇ ਛੋਟੀ ਉਮਰ 'ਚ ਹੀ ਬੱਚਿਆਂ ਨੂੰ ਲਾਓ ਇਸ ਪਾਸੇ, ਫਿਰ ਵੱਡਾ ਤੁਹਾਨੂੰ ਖੁਸ਼ੀ ਹੋਵੇਗੀ, ਹਾਂ ਮੇਰਾ ਬੱਚਾ ਚੰਗੇ ਪਾਸੇ ਲੱਗਿਆ, ਅਵਾਰਾਗਰਦੀ ਨਹੀਂ ਕਰਦਾ, ਫਜ਼ੂਲ ਦਾ ਬਾਜ਼ਾਰਾਂ 'ਚ ਨਹੀਂ ਫਿਰਦਾ, ਆਪਣਾ ਨਿਤਨੇਮ ਕਰਦਾ, ਭਜਨ ਕਰਦਾ, ਪੜ੍ਹਾਈ ਕਰਦਾ। ਹੁਣ ਬੱਚਾ ਪਾਠ ਵੀ ਕਰ ਰਿਹਾ ਨਾਲ ਪੜ੍ਹਾਈ ਵੀ ਕਰ ਰਿਹਾ, ਦਾਤਾ ਕਿਰਪਾ ਕਰਦਾ ਹੈ, ਉਹਨੂੰ ਇਮਤਿਹਾਨਾਂ ਚੰਗੇ ਨੰਬਰਾਂ ਨਾਲ ਪਾਸ ਕਰ ਦਿੰਦਾ ਵੀ ਹਾਂ ਭਾਈ ਇਹ ਮੇਰੀ ਭਜਨ ਬੰਦਗੀ ਕਰਦਾ ਹੈ। ਪਰਮਾਤਮਾ ਨੇ ਆਪਣੇ ਉਹਨਾਂ ਬੰਦੇ ਖਿਆਲ ਰੱਖਣਾ ਜਿਹੜੇ ਦੀ ਭਜਨ ਬੰਦਗੀ ਕਰਦੇ ਨੇ। ਤਾਂ ਕਹਿੰਦੇ ਨੇ ਸਿਮਰ 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 ਸੁਖ ਪਾਵੋ, ਸਿਮਰਨ ਕਰ ਕਰਕੇ ਸੁਖ ਪ੍ਰਾਪਤ ਕਰੋ। ਆਪ ਜਪੋ ਅਵਰਹਿ ਨਾਮ ਜਪਾਵੋ, ਆਪ ਵੀ ਜਪੋ ਅਤੇ ਹੋਰਾਂ ਤੋਂ ਵੀ ਨਾਮ ਜਪਵਾਓ। ਭਗਤ ਭਾਏ ਤਰੀਐ ਸੰਸਾਰ, ਭਾਏ ਪਿਆਰ ਨੂੰ ਕਹਿੰਦਾ, ਪਿਆਰ ਸਹਿਤ ਭਗਤੀ ਕਰਨਾ ਮਨੁੱਖ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ। ਤੁਸੀਂ ਕਹੋ ਸੰਸਾਰ ਨੂੰ ਤਰਨਾ ਕਿ ਸਮੁੰਦਰ ਨੂੰ ਤਰਨਾ ਹੈ? ਸੰਸਾਰ ਨੂੰ ਇੱਕ ਬਹੁਤ ਵੱਡਾ ਸਮੁੰਦਰ ਗਿਣਿਆ ਗਿਆ ਹੈ। ਜਿਵੇਂ ਸਮੁੰਦਰ ਨੂੰ ਅਸੀਂ ਤਰ ਕੇ ਪਾਰ ਨਹੀਂ ਹੋ ਸਕਦੇ, ਕਿਸ਼ਤੀ ਜਾਂ ਸਮੁੰਦਰੀ ਜਹਾਜ਼ ਦੀ ਲੋੜ ਹੈ। ਇਸੇ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕਹਿੰਦੇ ਸੰਸਾਰ। ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਵੀ ਉਹੀ ਬਚ ਸਕਦਾ ਹੈ ਜਿਹੜਾ ਪਿਆਰ ਸਹਿਤ ਭਜਨ ਬੰਦਗੀ ਕਰਦਾ ਹੈ, ਉਹ ਇਸ ਭਵ ਸਾਗਰ ਨੂੰ ਤਰੇਗਾ। ਬਿਨ ਭਗਤੀ ਤਨ ਹੋਸੀ ਛਾਰ, ਛਾਰ ਦਾ ਸਵਾ। ਭਗਤੀ ਤੋਂ ਬਿਨਾਂ ਇਹ ਸਰੀਰ ਸਵਾਦ ਹੀ ਨਹੀਂ ਆਈ ਹੈ, ਭਾਵ ਕਿਸੇ ਕੰਮ ਦਾ ਨਹੀਂ। ਭਗਤੀ ਤੋਂ ਬਿਨਾਂ ਇਹ ਸਰੀਰ ਕਿਸੇ ਕੰਮ ਦਾ ਨਹੀਂ ਹੈ। ਇਹ ਸਰੀਰ ਨਾਲ ਭਜਨ ਬੰਦਗੀ ਕਰਨੀ ਹੈ, ਇਹਨੂੰ ਲੇਖੇ ਲਾਉਣਾ ਹੈ। ਨਹੀਂ ਤਾਂ ਪਰਮਾਤਮਾ ਨੇ ਫਿਰ ਕਹਿਣਾ ਤੈਨੂੰ ਮਨੁੱਖਾ ਜੀਵਨ ਦਿੱਤਾ, ਨਾ ਭਜਨ ਬੰਦਗੀ ਕਰਨੀ ਸੀ, ਉਹ ਤੂੰ ਕੀਤੀ ਨਹੀਂ, ਐਵੇਂ ਆ ਗਿਆ ਤੇ ਬੂਥਾ ਚੱਕ ਕੇ। ਜੇ ਮੈਨੂੰ ਪਤਾ ਨਹੀਂ ਸੀ, ਕਹਿੰਦਾ ਮੈਂ ਸੰਸਾਰ ਦੇ ਗੁਰੂ ਅਤੇ ਸੰਤ ਮਾਤਾ ਭੇਜੇ ਨੇ, ਉਹ ਦਿਨ ਰਾਤ ਕਹਿੰਦੇ ਨੇ ਨਾਮ ਜਪੋ ਭਾਈ, ਭਗਤੀ ਕਰੋ ਭਾਈ, ਗੁਰੂ ਵਾਲੇ ਬਣੋ ਭਾਈ, ਉਦੋਂ ਤੂੰ ਸੁਣਿਆ ਕਿਉਂ ਨਹੀਂ ਹੈਗਾ? ਕਿਸੇ ਬਹਾਨਾ ਨਹੀਂ ਉੱਥੇ ਸੁਣਿਆ ਜਾਂਦਾ, ਉਹ ਕੁੱਟੀ ਤੁਰੇ ਜਾਂਦੇ ਨੇ। ਇਹ ਸਿਰ ਜਿਹਾ ਖੁਰਕੀ ਜਾਂਦਾ ਹੈ, ਉਹ ਕੁੱਟੀ ਜਾਂਦੇ ਨੇ। ਜੋ ਝੂਠ ਬੋਲਣਾ ਨਾ ਫਿਰ ਸਿਰ ਖੁਰਕਣਾ ਪੈਂਦਾ, ਸੱਚ ਵੇਲੇ ਸਿਰ ਖੁਰਕਣ ਦੀ ਲੋੜ ਨਹੀਂ। ਝੂਠ ਜਦੋਂ ਬੋਲਣਾ ਇੱਕ ਵਾਰੀ ਹੱਥ ਉੱਪਰ ਨੂੰ ਜਾਏਗਾ ਸਿਰ ਵੱਲ ਨੂੰ, ਉੱਥੋਂ ਅੰਦਾਜ਼ਾ ਲਾ ਦੇ ਇਹ ਹੁਣੇ ਝੂਠ ਬੋਲੂਗਾ। ਭਗਤੀ ਤੋਂ ਬਿਨਾਂ ਤਾਂ ਕਹਿੰਦੇ ਸਰੀਰ ਸਵਾਦ ਹੀ ਨਹੀਂ ਆਈ ਹੈ। ਸਰਬ ਕਲਿਆਣ ਸੁਖ ਨਿਧ ਨਾਮ, ਨਿਧ ਦਾ ਖਜ਼ਾਨਾ। ਪਰਮਾਤਮਾ ਜਿਹੜਾ ਨਾਮ ਹੈ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਇਹ ਜੀਵਨ ਦਾ ਕਲਿਆਣ ਕਰਦਾ ਹੈ ਨਾਮ ਜਪਣ ਨਾਲ। ਬੂੜਤ ਜਾਤ ਪਾਏ ਵਿਸ਼ਰਾਮ, ਜਿਵੇਂ ਕੋਈ ਡੁੱਬ ਰਿਹਾ ਹੋਵੇ ਅਤੇ ਉਹ ਡੁੱਬਣ ਤੋਂ ਬਚ ਜਾਏ। ਅਸੀਂ ਕਾਹਦੇ ਡੁੱਬ ਰਹੇ ਹਾਂ? ਕਾਮ ਕ੍ਰੋਧ ਲੋਭ ਮੋਹ ਹੰਕਾਰ ਬੁਰਾਈਆਂ 'ਚ ਡੁੱਬ ਰਹੇ ਹਾਂ। ਜਦੋਂ ਇਹ ਨਾਮ ਜਪਾਂਗੇ ਫਿਰ ਇਹਨਾਂ ਬੁਰਾਈਆਂ ਤੋਂ ਬਚ ਜਾਵਾਂਗੇ, ਫਿਰ ਬੰਦਾ ਇਹਨਾਂ ਬੁਰਾਈਆਂ 'ਚ ਡੁੱਬਣ ਤੋਂ ਬਚ ਜਾਂਦਾ ਹੈ। ਅਤੇ ਨਾਲੇ ਪਰਮਾਤਮਾ ਨਾਲ ਸੁੱਖਾਂ ਦਾ ਖਜ਼ਾਨਾ, ਇੱਕ ਤਾਂ ਸੁੱਖ ਨਿੰਦ ਸੁਖ ਨਿਧ, ਸੁੱਖਾਂ ਦਾ ਖਜ਼ਾਨਾ ਹੈ। ਬੇਅੰਤ ਸੁੱਖਾਂ ਦੀ ਪ੍ਰਾਪਤੀ ਹੁੰਦੀ ਨਾਮ ਜਪਣ ਨਾਲ। ਨਾਲੇ ਜੀਵਨ ਦਾ ਕਲਿਆਣ ਹੁੰਦਾ ਹੈ, ਮੁਕਤੀ ਹੁੰਦੀ ਹੈ। ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਗੁਣਤਾਸ ਦਾ ਗੁਣਾਂ ਦਾ ਖਜ਼ਾਨਾ।
ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਹੈਗਾ ਗੁਣਾਂ ਦਾ ਖਜ਼ਾਨਾ। ਨਾਮ ਜਪਣ ਨਾਲ ਆਪਣੇ ਆਪ ਹੀ ਤੁਹਾਡੇ ਗੁਣ ਪੈਦਾ ਹੋ ਹੀ ਜਾਣਗੇ। ਰੱਬੀ ਗੁਣ ਮਨੁੱਖ ਦੇ ਵਿੱਚ ਆਪਣੇ ਆਪ ਹੀ ਪ੍ਰਵੇਸ਼ ਕਰੀ ਜਾਂਦੇ ਨੇ। ਮਨੁੱਖ ਜੋ ਔਗਣ ਨਿਕਲੀ ਜਾਂਦੇ ਨੇ, ਗੁਣ ਪੈਦਾ ਹੋ ਜਾਂਦੇ ਹਨ। ਇਸ ਲਈ ਗੁਣਤਾਸ ਹੈ ਪਰਮਾਤਮਾ ਦਾ ਨਾਮ। ਇਸ ਲਈ ਪਰਮਾਤਮਾ ਦਾ ਨਾਮ ਜਪੋ। ਸਗਲ ਦੁੱਖ ਕਾ ਹੋਵਤ ਨਾਸ, ਸਾਰੇ ਦੁੱਖਾਂ ਦਾ ਕਦੇ ਨਾਸ ਹੋ ਜਾਏਗਾ। ਨਾਮ ਜਪੋ ਕਹਿੰਦੇ, ਨਾਲ ਅੰਦਰ ਗੁਣ ਪੈਦਾ ਹੋ ਜਾਣਗੇ। ਬਹੁਤੇ ਦੁੱਖ ਤਾਂ ਸਾਡੀ ਮੂਰਖਤਾ ਕਾਰਨ ਹਨ। ਮਨੁੱਖ ਬੇਅਕਲ ਹੈ, ਇੱਕ ਅਕਲ ਤੋਂ ਕੰਮ ਨਹੀਂ ਲੈਂਦਾ ਹੈ। ਅਕਲ ਤੇ ਪਰਮਾਤਮਾ ਨੇ ਸਾਰਿਆਂ ਨੂੰ ਦਿੱਤੀ ਹੋਈ ਹੈ। ਅਕਲ ਤੇ ਪਰਮਾਤਮਾ ਨੇ ਸਾਰਿਆਂ ਨੂੰ ਦਿੱਤੀ ਹੋਈ ਹੈ। ਬੇਅਕਲ ਤਾਂ ਥੋੜ੍ਹੇ ਹੀ ਨੇ, ਜਿਹਨੂੰ ਆਪਾਂ ਪਾਗਲ ਕਹਿੰਦੇ, ਉਹ ਤਾਂ ਥੋੜ੍ਹੇ ਹੀ ਨੇ। ਲੋਕ ਅਕਲ ਦੀ ਵਰਤੋਂ ਹੀ ਨਹੀਂ ਕਰਦੇ। ਅਕਲ ਦੀ ਵਰਤੋਂ ਹੀ ਨਹੀਂ ਕਰਦੇ। ਉਹਨਾਂ ਨੂੰ ਵਰਤੋਂ ਕਰਨੀ ਨਹੀਂ ਆਉਂਦੀ। ਕੋਈ ਸਮਝਾਏਗਾ ਤੇ ਤਾਂ ਨਾ। ਹੁਣ ਤੁਸੀਂ ਆਪਣੇ ਬੱਚੇ ਨੂੰ ਸਮਝਾਉਂਦੇ ਹੋ, ਉਹ ਤੁਹਾਡੀ ਸੁਣੀ ਅਣਸੁਣੀ ਕਰਦੇ, ਤੁਹਾਡੀ ਮੰਨਦੇ ਹੀ ਨਹੀਂ। ਉਹ ਤੁਹਾਡੀ ਮੰਨਦੇ ਨਹੀਂ। ਟੀਚਰ ਉਹਨਾਂ ਨੂੰ ਕਹਿੰਦਾ, ਨਹੀਂ ਮੰਨਦੇ ਉਹ, ਇਸ ਲਈ ਧੱਕੇ ਤੁਹਾਡੇ ਸਾਰੀ ਜ਼ਿੰਦਗੀ ਖਾਂਦੇ ਰਹਿੰਦੇ ਨੇ। ਜਿਹਨੇ ਅਕਲ ਦੇਣੀ ਸੀ ਉਹਦੀ ਉਹ ਗੱਲ ਹੀ ਨਹੀਂ ਸੁਣਨ ਨੂੰ ਤਿਆਰ ਹੈ, ਗੱਲ ਮੰਨਣ ਨੂੰ ਤਿਆਰ ਨਹੀਂ ਹੈਗਾ। ਮਾਂ ਪਿਓ ਭਾਵੇਂ ਨਾ ਪੜ੍ਹੇ ਹੋਣ, ਉਮਰ ਦੇ ਨਾਲ ਤਜਰਬਾ ਹੁੰਦਾ ਜ਼ਿੰਦਗੀ ਦਾ। ਧੱਕੇ ਤੁਹਾਡੇ ਜ਼ਿੰਦਗੀ ਖਾਧੇ ਹੁੰਦੇ ਨੇ। ਸਾਡੇ ਪਿਤਾ ਟੋਟਲ ਅਨਪੜ੍ਹ ਸਨ, ਪਰ ਉਹਨਾਂ ਨੂੰ ਪੜ੍ਹਾਈ ਦੀ ਮਹਾਨਤਾ ਦਾ ਪਤਾ ਸੀ। ਇਸ ਲਈ ਉਹਨੇ ਆਪਣੇ ਸਾਰੇ ਬੱਚਿਆਂ ਨੂੰ ਪੜ੍ਹਨ ਲਾਇਆ। ਹਾਂ ਠੀਕ ਹੈ, 5 'ਚੋਂ ਅਸੀਂ 3 ਪੜ੍ਹ ਕੇ 2 ਨਹੀਂ ਪੜ੍ਹੇ। ਬਾਪ ਦਾ ਕੋਈ ਕਸੂਰ ਨਹੀਂ। ਹੁਣ ਤਾਂ ਬਾਪ ਨੇ ਤਾਂ ਪੜ੍ਹਨ ਲਾਉਣਾ ਹੁੰਦਾ, ਫੀਸਾਂ ਦੇਣੀਆਂ ਹੁੰਦੀਆਂ। ਪੜ੍ਹਨਾ ਤਾਂ ਬੱਚੇ ਨੇ ਹੈ। ਇਸ ਕਰਕੇ ਇਹ ਬੱਚਾ ਫਿਰ ਸਿਆਣਿਆਂ ਦੀ ਗੱਲ ਮੰਨਦਾ ਨਹੀਂ ਹੈ, ਅਤੇ ਫਿਰ ਸਾਰੀ ਉਮਰ ਧੱਕੇ ਧੋੜੇ ਖਾਂਦਾ ਰਹਿੰਦਾ ਹੈ। ਜੇ ਬੱਚਾ ਮਾਂ ਪਿਓ ਦੀ ਮੰਨੇ, ਫਿਰ ਅੱਗੇ ਟੀਚਰ ਦੀ ਮੰਨੇ, ਤਾਂ ਜ਼ਿੰਦਗੀ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ। ਬਾਅਦ ਫਿਰ ਗੁਰੂ ਦੀ ਮੰਨੇ, ਦੇਖੋ ਕਿਆ ਬਾਤ ਹੋ ਜਾਏਗੀ। ਇਸ ਲਈ ਕਹਿੰਦੇ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸੁਆਓ। ਮਨ ਅਤੇ ਤਨ ਦੇ ਵਿੱਚ ਇਹੀ ਸਵਾਰਥ ਹੈ। ਸੁਆਓ ਮੈਨੇ ਸਵਾਰਥ, ਮਨੋਰਥ। ਇਹੀ ਸਵਾਰਥ ਹੈ, ਇਹੀ ਮਨੋਰਥ ਹੈ ਕਿ ਅੰਦਰ ਪਿਆਰ ਪਰਮਾਤਮਾ ਨੂੰ ਪੈਦਾ ਹੋ ਜਾਏ, ਅੰਦਰ ਪ੍ਰੇਮ ਪੈਦਾ ਹੋ ਜਾਏ, ਅੰਦਰ ਚਾਅ ਪੈਦਾ ਹੋ ਜਾਏ ਨਾਮ ਜਪਣ ਦਾ। ਇਹੀ ਮਨੋਰਥ ਹੈ ਇਸ ਮਨ ਦੇ ਤਨ ਦਾ, ਕਿ ਅੰਦਰ ਚਾਅ ਪੈਦਾ ਹੋ ਜਾਏ, ਅੰਦਰ ਰਸ ਪੈਦਾ ਹੋ ਜਾਏ, ਅੰਦਰ ਪ੍ਰੀਤ ਪੈਦਾ ਹੋ ਜਾਏ ਪਰਮਾਤਮਾ ਨਾਲ। ਨੇਤਰੋਂ ਪੇਖ ਦਰਸ ਸੁਖ ਹੋਏ। ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਕੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਬਿਮਾਰ ਬੰਦੇ ਨੂੰ ਵੇਖ ਕੇ ਤੁਸੀਂ ਸੁਖੀ ਨਹੀਂ ਹੋ ਸਕਦੇ। ਸੁਖੀ ਨੂੰ ਵੇਖ ਕੇ ਹੀ ਤੁਸੀਂ ਸੁਖੀ ਹੋ ਸਕਦੇ ਹੋ। ਹਸਪਤਾਲ ਜਾ ਕੇ ਤੁਸੀਂ ਹੱਸ ਨਹੀਂ ਸਕਦੇ। ਤੁਹਾਡੇ ਚਿਹਰੇ 'ਤੇ ਮੁਸਕਰਾਹਟ ਨਹੀਂ ਹੋਵੇਗੀ। ਕਿਉਂ? ਉੱਥੇ ਸਾਰੇ ਦੁਖੀ ਪਏ ਨੇ। ਦੁਖੀਆਂ ਨੂੰ ਵੇਖ ਕੇ ਬੰਦਾ ਦੁਖੀ ਹੋ ਜਾਂਦਾ ਹੈ। ਲੋਕਾਂ ਦੇ ਦੁੱਖ ਸੁਣ ਸੁਣ ਕੇ ਮੇਰਾ ਮਨ ਕਈ ਵਾਰ ਆਪਣਾ ਉਦਾਸ ਹੋ ਜਾਂਦਾ ਵੀ ਇਤਨੇ ਦੁੱਖ, ਲੋਕ ਇੰਨੇ ਦੁਖੀ ਨੇ। ਉਹਨਾਂ ਦੇ ਦੁੱਖ ਸੁਣ ਸੁਣ ਕੇ ਆਪਣਾ ਛੋਟਾ ਮੋਟਾ ਦੁੱਖ ਤਾਂ ਵੈਸੇ ਹੀ ਭੁੱਲ ਜਾਂਦਾ। ਆਪਣਾ ਦੁੱਖ ਤਾਂ ਵੈਸੇ ਹੀ ਭੁੱਲ ਜਾਵੇ, ਇੰਨੇ ਦੁਖੀ ਲੋਕ ਨੇ। ਤਾਂ ਪਤਾ ਲੱਗਦਾ। 16 ਸਾਲਾਂ 'ਚ ਮੈਨੂੰ ਬਹੁਤ ਗਿਆਨਕ ਕਿਤਾਬਾਂ ਪੜ੍ਹਨ ਦੀ ਲੋੜ ਹੀ ਨਹੀਂ ਪਈ ਹੈਗੀ। ਲੋਕਾਂ ਦੇ ਦੁੱਖ ਸੁਣ ਸੁਣ ਕੇ ਹੀ ਪਤਾ ਲੱਗਦਾ ਵੀ ਕਿੱਥੇ ਕਿੱਥੇ ਕਿਆ ਕਿਆ ਹੋ ਰਿਹਾ ਹੈ। ਜਦੋਂ ਅਰਦਾਸਾਂ ਕਰਾਉਣਾ ਫਿਰ ਪਤਾ ਲੱਗਦਾ। ਸੋ ਕਹਿੰਦੇ ਗੁਰੂ ਦੇ ਅੱਖਾਂ ਨਾਲ ਦਰਸ਼ਨ ਕਰਕੇ ਸੁੱਖ ਮਿਲਦਾ ਹੈ। ਗੁਰਦੁਆਰੇ 'ਚ ਸ਼ਾਂਤੀ ਮਿਲਦੀ ਹੈ ਨਾ, ਉਹ ਤਾਂ ਗੁਰੂ ਹੀ ਹੈ। ਕਈ ਥਾਂ ਨੂੰ ਮਹਾਨਤਾ ਦਿੰਦੇ ਨੇ, ਮੈਂ ਐਵੇਂ ਤੁਹਾਨੂੰ ਭੁਲੇਖਾ ਹੈ। ਹਰਿਮੰਦਰ ਸਾਹਿਬ ਦੇ ਵਿੱਚੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਚੱਕ ਦਿਓ, ਫਿਰ ਦੇਖੋ ਕੌਣ ਜਾਂਦਾ ਉੱਥੇ। ਫਿਰ ਉੱਥੇ ਕੌਣ ਜਾਏਗਾ? ਕੌਣ ਮੱਥਾ ਟੇਕਣ ਜਾਏਗਾ? 6ਵੇਂ ਪਾਤਸ਼ਾਹ ਵੇਲੇ ਗੁਰੂ ਗ੍ਰੰਥ ਸਾਹਿਬ ਹਰਿਮੰਦਰ ਸਾਹਿਬ ਤੋਂ ਚੱਕ ਕੇ ਕਰਤਾਰਪੁਰ ਸਾਹਿਬ ਭੇਜ ਦਿੱਤਾ ਗਿਆ।
10ਵੇਂ ਪਾਤਸ਼ਾਹ ਦਾ ਸਮਾਂ ਆ ਗਿਆ ਹੈ। ਸੰਗਤ ਅੰਮ੍ਰਿਤਸਰ ਤੋਂ ਆਈ ਜੀ, ਸੁੰਨਸਾਨ ਹੋ ਗਈ ਹੈ, ਕੋਈ ਬੰਦਾ ਭੇਜੋ। ਫਿਰ ਭਾਈ ਮਨੀ ਸਿੰਘ ਨੂੰ ਭੇਜਿਆ ਗਿਆ। ਮਨੀ ਸਿੰਘ ਜਾ ਕੇ ਫਿਰ ਪ੍ਰਚਾਰ ਕਰਨ ਲੱਗ ਪਏ ਹਰਿਮੰਦਰ ਸਾਹਿਬ 'ਚ ਬੈਠ ਕੇ। ਤਾਂ ਲੋਕ ਹੌਲੀ ਹੌਲੀ ਰੌਣਕਾਂ ਵਧ ਗਈਆਂ। ਜਦੋਂ ਗੁਰੂ ਗ੍ਰੰਥ ਸਾਹਿਬ ਵੀ ਗੁਰਦੁਆਰੇ 'ਚ ਨਹੀਂ, ਤਾਂ ਗੁਰਦੁਆਰੇ ਜਾ ਕੇ ਕੀ ਕਰੇ ਬਈ? ਉਸ ਜਾ ਕੀ ਕਰੇ? ਇੱਕ ਵਾਰ ਤਾਂ ਲਿਜਾਏਗਾ, ਬਿਲਡਿੰਗ ਵੇਖ ਆਈਏ ਵੀ ਕਿਹੋ ਜਿਹੀ ਬਿਲਡਿੰਗ। ਊਂ ਤਾਂ ਨਹੀਂ ਉੱਥੇ ਕੋਈ ਜਾਏਗਾ। ਤੁਸੀਂ ਮੰਨ ਲਓ ਆਗਰੇ ਗਏ, ਤੁਸੀਂ ਕਹਿੰਦੇ ਚਲ ਯਾਰ ਤਾਜ ਮਹਿਲ ਹੀ ਵੇਖ ਆਈਏ। ਚਲੋ ਪਹਿਲੀ ਵਾਰੀ ਗਏ, ਤਾਜ ਮਹਿਲ ਵੇਖ ਆਏ। ਰੋਜ਼ ਥੋੜ੍ਹੇ ਮੱਥਾ ਟੇਕਣ ਜਾਓਗੇ ਤਾਜ ਮਹਿਲ ਦੇ ਅੰਦਰ। ਉੱਥੇ ਕੀ ਜਦੋਂ ਮੱਥਾ ਟੇਕੋਗੇ ਤੁਸੀਂ? ਮਹਾਨਤਾ ਗੁਰੂ ਦੀ ਹੈ। ਗੁਰੂ ਜਿੱਥੇ ਬਹਿ ਜਾਣ ਉੱਥੇ ਥਾਂ ਧਰਤੀ ਪਵਿੱਤਰ ਹੋ ਜਾਣੀ ਹੈ। ਇਹ ਤਾਂ ਅਸੀਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਂਦੇ। 48 ਘੰਟੇ ਅਖੰਡ ਪਾਠ ਕਰਾਇਆ, ਘੰਟਾ 2 ਘੰਟੇ ਕੀਰਤਨ ਕਰਵਾਇਆ, ਘੱਟ ਤੋਂ ਘੱਟ 50 ਘੰਟੇ ਗੁਰੂ ਮਹਾਰਾਜ ਤੁਹਾਡੇ ਘਰ ਰਹੇ। ਜਿਉਂ ਗੁਰੂ ਮਹਾਰਾਜ ਗੁਰਦੁਆਰੇ ਮਾਰੋ, ਸ਼ਰਾਬਾਂ ਉੱਥੇ ਲੱਗਦੇ ਪੀਣ, ਉਸੇ ਕਮਰੇ 'ਚ ਬਹਿ ਕੇ। ਦੱਸ, ਉਹ ਅਪਵਿੱਤਰ ਕਰ ਲਿਆ। ਗੁਰੂ ਮਹਾਰਾਜ ਨੇ 50 ਘੰਟਿਆਂ ਤੁਹਾਡੇ ਘਰ ਨੂੰ ਪਵਿੱਤਰ ਕੀਤਾ, ਤੁਸੀਂ ਸ਼ਰਾਬ ਪੀ ਕੇ ਅਪਵਿੱਤਰ ਕਰ ਲਿਆ। ਜੈਸੇ ਥੇ, ਜੇ ਪੀਟੀ ਬਾਟ ਕੇ ਸਾਵਧਾਨ, ਫਿਰ ਕਹਦੇ ਜੈਸੇ ਥੇ। ਉਹ ਤਾਂ ਹਾਲ ਸਾਡਾ ਹੈ। ਥਾਵਾਂ ਦੀ ਮਹਾਨਤਾ ਨਹੀਂ, ਗੁਰੂ ਦੀ ਮਹਾਨਤਾ ਹੁੰਦੀ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰ, ਸੋ ਥਾਨ ਸੁਹਾਵੈ ਰਾਮ ਰਾਜੇ। ਜਿੱਥੇ ਬਹਿ ਜਾਏਗਾ ਗੁਰੂ, ਉਹੀ ਹੈ ਗੁਰੂ ਦੀ ਮਹਾਨਤਾ। ਕਿਤੇ ਬਿਠਾ ਦਿਓ। ਆਪਣੇ ਘਰ 'ਚ ਗੁਰੂ ਗ੍ਰੰਥ ਸਾਹਿਬ ਰੱਖਿਆ, ਮੰਨੋ, ਫਿਰ ਗੁਰੂ ਦੀ ਤੁਹਾਡਾ ਘਰ ਪਵਿੱਤਰ ਹੋ ਜਾਏਗਾ। ਪਰ ਜੇ ਆਪ ਹੀ ਤੁਸੀਂ ਮੀਟ ਬਣਾ ਕੇ ਖਾਣ ਲੱਗ ਜਾਓ, ਉੱਥੇ ਆਪ ਹੀ ਸ਼ਰਾਬਾਂ ਪੀ ਲਓ ਆਪਣੇ ਘਰ 'ਚ ਬੈਠ ਕੇ, ਵੀ ਗੁਰੂ ਮਹਾਰਾਜ ਦੇ ਉੱਪਰ ਚੁਬਾਰੇ 'ਚ ਨੇ, ਹੇਠਾਂ ਪੀ ਵੀ ਜਾਓ। ਉਹ ਤਾਂ ਗੁਰੂ ਪਵਿੱਤਰ ਕੇ ਤੁਸੀਂ ਅਪਵਿੱਤਰ ਕਰ ਲਿਓ, ਔਰ ਫਿਰ ਤੁਸੀਂ ਅਪਵਿੱਤਰ ਹੋ ਕੇ ਦਫਾ ਹੋ। ਤੁਹਾਡਾ ਤਾਂ ਇਹੀ ਹਾਲ ਰਹਿਣਾ। ਹੋਰ ਕੀ? ਪਹਿਲਾਂ ਪੋਚਾ ਫੇਰੇ ਅਤੇ ਆਪ ਹੀ ਗੰਦ ਪਾ ਲਿਆ, ਫਿਰ ਪੋਚਾ ਫੇਰ ਆਪ ਹੀ ਗੰਦ ਪਾ ਲਿਆ। ਉਹ ਤਾਂ ਲੋਕਾਂ ਦਾ ਹਾਲ ਹੈ। ਧਰਮ ਨੂੰ ਲੋਕਾਂ ਨੇ ਫਾਰਮੈਲਿਟੀ ਬਣਾ ਰੱਖਿਆ। ਹਾਂਜੀ, ਵਿਆਹ ਤੋਂ ਪਹਿਲਾਂ ਅਖੰਡ ਪਾਠ ਕਰਾਉਂਦੇ ਹੁੰਦੇ ਨੇ ਜੀ, ਸੁਣ ਲਿਆ ਕਿਤੋਂ, ਆਪਾਂ ਵੀ ਕਰਾ ਲਓ ਜੀ। ਉਹ ਰੌਲਾ ਜਿਹਾ ਪਾਈ ਜਾਂਦੇ, ਰਿਸ਼ਤੇਦਾਰ ਜਾਂਦੇ, ਉਹਨੂੰ ਅਟੈਂਡ ਕਰਦਾ ਰਹਿੰਦਾ। ਗੁਰੂ ਮਹਾਰਾਜ ਭੁੱਲ ਜਾਂਦਾ, ਸਿੱਖ ਸੁਣ ਨਹੀਂ ਰਿਹਾ ਹੈਗਾ। ਮੈਨੂੰ ਤਾਂ ਹੀ ਗੁਰੂ ਮਹਾਰਾਜ ਕਿਹਾ, ਕਹਿੰਦੇ ਕੋਈ ਅਖੰਡ ਪਾਠ ਨਹੀਂ ਕਰਾਉਣਾ ਤਾਂ ਆਪਣੇ ਲਈ ਆਪ ਪਾਠ ਕਰ। ਅਖੰਡ ਤੇਰੇ ਕੋਲ ਪੈਸੇ ਹੈ ਕਿ ਤੂੰ ਅਖੰਡ ਪਾਠ ਕਰਾ ਲੈਣਾ। ਵੱਧ ਤੋਂ 15 ਮਿੰਟ ਤੋਂ ਆਰੰਭ 'ਚ ਬੈਠੇਗਾ, 15 ਮਿੰਟ ਤੋਂ ਮੱਧ 'ਚ ਬੈਠੇਗਾ, 15 ਮਿੰਟ ਤੋਂ ਭੋਗ 'ਚ ਬੈਠੇਗਾ, ਅੱਧਾ ਘੰਟਾ ਬੈਠ ਭੋਗ 'ਚ। ਬਾਕੀ ਆਪ ਰੋਜ਼ 21 ਚੁਪਈ ਦੇ ਪਾਠ ਕਰ। ਬਸ ਅਖੰਡ ਪਾਠ ਕਰਾਉਣ ਦੀ ਤੈਨੂੰ ਲੋੜ ਨਹੀਂ ਹੈਗੀ ਆਪਣੇ ਲਈ। ਹਾਂ, ਇੱਕ ਹੀ ਪਾਠ ਰੋਜ਼ ਕਰ। ਲੱਗਾ ਹੋਇਆ ਮੈਂ ਕਰ ਬਈ, ਘੰਟਾ ਲੱਗਦਾ, ਲਾ ਘੰਟਾ ਰੋਜ਼, ਪਤਾ ਲੱਗੇ। ਕਹਿੰਦਾ ਤੇਰੇ ਕੋਲ ਪੈਸੇ ਨੇ, ਅਖੰਡ ਪਾਠ ਕਰਾ ਲੈਂਦਾ, ਕਰਨਾ ਨਾ ਕਤਰਨਾ ਨਾ ਕੁਛ। ਪੈ ਗਏ ਮੈਨੂੰ, ਮੈਂ 7 ਬਚਣ ਦੇ, ਮੈਂ ਜ਼ਰੂਰੀ 55 ਸਾਲ ਲਾਉਣਾ, ਮੈਂ ਤਾਂ ਵਿਹਲਾ ਹੀ ਹਾਂ। ਮੈਂ 21 ਚੁਪਈ ਦੇ ਪਾਠ ਕਰ ਲਾਂਗਾ, ਹੋਰ ਤਾਂ ਕੀ। ਸਵੇਰੇ ਨਿਤਨੇਮ ਕਰਦਾ, ਫਿਰ ਚਾਹ ਪਾਣੀ ਪੀ ਕੇ 21 ਚੁਪਈ ਦੇ ਪਾਠ ਕਰ ਲੈਣਾ। ਫਿਰ ਜਿਹੜਾ ਬਾਣੀ ਜਿਹੜੀ ਕਥਾ ਕਰਨੀ ਹੈ ਇਹ ਪੜ੍ਹ ਲੈਣਾ। ਉਹਦੇ ਬਾਅਦ ਆਪਣਾ ਮੂਲ ਮੰਤਰ ਜਾਪ ਕਰ ਦੇਣਾ, ਚਾਹੇ ਲੇਟਿਆ ਚਾਹੇ ਬੈਠਿਆ, ਜੋ ਮਰਜ਼ੀ ਆਪਣਾ ਮੂਲ ਮੰਤਰ ਜਾਪ ਕਰਦਾ ਰਹਿਣਾ। ਵੀ ਠੀਕ ਹੈ ਭਾਈ, ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਆਖਿਆ ਜਦ ਤੈਨੂੰ ਆਉਂਦਾ ਨਾ ਹੋਵੇ ਤਾਂ ਗੱਲ ਕਰ। ਮੈਂ ਗੱਲ ਤਾਂ ਉਹਦੀ ਠੀਕ ਹੈ। ਕਹਿੰਦਾ ਹਾਂ ਪੈਸੇ ਹੈਗੇ, ਅਖੰਡ ਪਾਠ ਕਰਾ ਲੈਂਦਾ। ਇਸ ਲਈ ਮੈਂ ਅੱਗੇ ਵੀ ਦੱਸਦਾ ਰਹਿਣਾ ਵੀ ਤਾਂ ਦੂਜਿਆਂ ਦਾ ਭਲਾ ਹੋ ਜਾਏ। ਕੋਈ ਜੇ ਮੇਰੇ 'ਤੇ ਲਾਗੂ ਹੋ ਸਕਦੇ, ਫਿਰ ਦੂਜਿਆਂ 'ਤੇ ਵੀ ਤਾਂ ਲਾਗੂ ਹੁੰਦੇ ਨੇ। ਵੀ ਜਿਹਨਾਂ ਤੁਸੀਂ ਆਪ ਕਰ ਸਕਦੇ ਉਹਦੇ ਵਰਗੀ ਤਾਂ ਰੀਸ ਨਹੀਂ ਹੈ। ਸਹਿਜ ਪਾਠ ਆਪਣਾ ਕਰੀ ਜਾਓ, ਘੰਟਾ ਕਰ ਲਓ, ਮੈਂ ਕਰ ਲਓ। ਤੁਸੀਂ 1 ਘੰਟਾ ਰੋਜ਼ ਕਰਨਾ, 25-30 ਸਫ਼ੇ ਹੋ ਜਾਂਦੇ ਨੇ। ਚਲੋ ਮਹੀਨੇ 2 ਮਹੀਨੇ ਸਹਿਜ ਪਾਠ ਦਾ ਭੋਗ ਪੈ ਜਾਏਗਾ। ਇੱਕ ਦੇ ਘਰ ਮੈਂ ਗਿਆ ਸੋ, ਉਹਨਾਂ ਨੇ 53 ਸਹਿਜ ਪਾਠਾਂ ਦੇ ਜਿਹੜੇ ਭੋਗ ਪਾਏ ਸਨ। ਉਹਨਾਂ ਅਰਦਾਸ ਕਰਾਈ ਵੀ ਮੈਂ 53 ਸਹਿਜ ਪਾਠ ਕੀਤੇ। ਇਹ ਵੀ ਲੱਗੇ ਨੇ ਲੋਕ, ਸੁਣ ਤੋਂ ਸੋ ਵੇਖ ਕੇ ਪ੍ਰੇਰਨਾ ਮਿਲਦੀ। ਆਖਰਕਾਰ ਉਹ ਵੀ ਤਾਂ ਪਰਿਵਾਰ ਵਾਲੇ ਨੇ, ਕਿਤੇ ਕੱਢਣਾ ਹੁੰਦਾ ਟਾਈਮ। ਫਿਰ ਆਪੇ ਦਾਤਾ ਕਿਰਪਾ ਕਰਦਾ ਰਹਿੰਦਾ ਹੈ।
ਸੋ ਗੁਰੂ ਮਹਾਰਾਜ ਕਹਿੰਦੇ ਨੇਤਰੋ ਪੇਖ, ਪੇਖ ਹੁੰਦਾ ਵੇਖਣਾ, ਪੇਖ ਖੱਖੇ ਨੂੰ ਸਾਰੀ ਹੈ, ਵੇਖ ਕੇ ਨੇਤਰੋਂ ਅੱਖਾਂ ਨਾਲ, ਅੱਖਾਂ ਨਾਲ ਵੇਖ ਕੇ ਦਰਸ਼ਨ ਕਰਕੇ ਸੁੱਖ ਹੋਏ। ਗੁਰੂ ਦੇ ਅੱਖਾਂ ਨਾਲ ਦਰਸ਼ਨ ਕਰਕੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਮਨ ਵਿਕਸੈ ਸਾਧ ਚਰਨ ਧੋਏ, ਗੁਰੂ ਦੇ ਚਰਨ ਧੋ ਕੇ ਮਨ ਖਿੜ ਉੱਠਦਾ ਹੈ, ਮਨ ਨੂੰ ਖੁਸ਼ੀ ਹੁੰਦੀ ਹੈ ਮੈਂ ਗੁਰੂ ਦੇ ਚਰਨ ਧੋਤੇ ਨੇ। ਭਗਤ ਜਨਾਂ ਕੈ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ। ਜਿਹੜੇ ਭਗਤ ਜਨ ਹੁੰਦੇ ਉਹਨਾਂ ਦੇ ਮਨ ਅਤੇ ਤਨ ਦੇ ਵਿੱਚ ਰੱਬ ਨਾਲ, ਗੁਰੂ ਨਾਲ ਪਿਆਰ ਹੁੰਦਾ। ਰੰਗ ਪਿਆਰ ਨੂੰ ਕਹਿੰਦੇ ਨੇ। ਜਿਹੜੇ ਭਗਤ ਜਨ ਨੇ ਉਹਨਾਂ ਦਾ ਪਰਮਾਤਮਾ ਪ੍ਰਤੀ ਮਨ ਅਤੇ ਤਨ 'ਚ ਪਿਆਰ ਹੁੰਦਾ ਹੈ। ਉਹ ਮਨ ਕਰਕੇ ਵੀ ਪਰਮਾਤਮਾ ਪਿਆਰ ਕਰਦੇ, ਤਨ ਕਰਕੇ ਵੀ ਕਰਦੇ। ਤਨ ਨਾਲ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਇਹ ਉਹਨੂੰ ਪਿਆਰ ਹੀ ਕਰਨਾ। ਉਹਨੂੰ ਪਹਿਲਾਂ ਸਵਾਰਥ ਲਈ ਕੀਤਾ ਜਾਂਦਾ ਹੈ। ਸ਼ੁਰੂ 'ਚ ਭਜਨ ਬੰਦਗੀ ਸਵਾਰਥ ਲਈ ਕੀਤੀ ਜਾਂਦੀ ਹੈ। ਹੌਲੀ ਹੌਲੀ ਫਿਰ ਨਿਸਵਾਰਥ ਹੋ ਜਾਂਦਾ ਬੰਦਾ, ਵੀ ਉਹ ਆਪਣੀ ਡਿਊਟੀ ਸਮਝਦਾ ਕਿ ਹਾਂ ਪਰਮਾਤਮਾ ਨੇ ਮਨੁੱਖਾ ਜੀਵਨ ਦਿੱਤਾ, ਇਹ ਭਜਨ ਬੰਦਗੀ ਕਰਨੀ ਮੇਰੀ ਡਿਊਟੀ ਹੈ। ਬਸ ਫਿਰ ਡਿਊਟੀ ਸਮਝ ਕੇ ਕਰਦਾ ਰਹਿੰਦਾ ਹੈ। ਉਹਦੇ ਬਦਲੇ 'ਚ ਕੁਛ ਨਹੀਂ ਮੰਗਦਾ ਹੈ। ਪਰਮਾਤਮਾ ਆਪੇ ਹੀ ਉਹਨੂੰ ਦਿੰਦਾ ਰਹਿੰਦਾ, ਮੰਗਣ ਦੀ ਕੀ ਲੋੜ ਹੈ। ਬਿਰਲਾ ਕੋ ਪਾਵੈ ਸੰਗ, ਕੋਈ ਵਿਰਲਾ ਟਾਵਾਂ ਜਿਹੜੇ ਭਗਤ ਜਿਹਨਾਂ ਦੀ ਸੰਗਤ ਪ੍ਰਾਪਤ ਕਰਦਾ ਹੈ। ਗੁਰੂ ਦੀ ਸੰਗਤ, ਸਾਧੂਆਂ ਦੀ ਸੰਗਤ ਹਰ ਇੱਕ ਨੂੰ ਥੋੜ੍ਹੀ ਨਸੀਬ ਹੁੰਦੀ ਹੈ। ਏਕ ਬਸਤ ਦੀਜੈ ਕਰ ਮਾਇਆ, ਮਾਇਆ ਹੁੰਦੀ ਕਿਰਪਾ। ਹੇ ਪਰਮਾਤਮਾ ਮੇਰੇ 'ਤੇ ਕਿਰਪਾ ਕਰੋ, ਮੈਨੂੰ ਇੱਕ ਵਸਤੂ ਪਾ ਪਰਮਾਤਮਾ ਦੇ ਨਾਮ ਦੀ ਦਾਤ ਦਿਓ, ਤਾਂ ਜੋ ਗੁਰ ਪ੍ਰਸਾਦ ਨਾਮ ਜਪ ਲਿਆ, ਤਾਂ ਜੋ ਮੈਂ ਗੁਰੂ ਦੀ ਕਿਰਪਾ ਨਾਲ ਨਾਮ ਜਪ ਲਵਾਂ। ਕਹਿੰਦੇ ਮੇਰੇ 'ਤੇ ਕਿਰਪਾ ਕਰੋ, ਮੈਨੂੰ ਨਾਮ ਦੀ ਦਾਤ ਬਖਸ਼ੋ, ਮੈਨੂੰ ਇਹ ਵਸਤੂ ਦਿਓ। ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਿਹਾ ਸਰਬ ਸਮਾਏ। ਪਰਮਾਤਮਾ ਦੀ ਵਡਿਆਈ ਤੇ ਕੀਤੀ ਹੀ ਨਹੀਂ ਜਾ ਸਕਦੀ। ਇੰਨੀ ਵਡਿਆਈ ਹੈ ਕਿ ਅਸੀਂ ਕੁਝ ਵਡਿਆਈ ਉਹਦੀ ਕਰ ਸਕਦੇ ਹਾਂ, ਬਾਕੀ ਸਾਰੀ ਵਡਿਆਈ ਤਾਂ ਉਹਦੀ ਕੀਤੀ ਹੀ ਨਹੀਂ ਜਾ ਸਕਦੀ। ਉਪਮਾ ਵਡਿਆਈ ਨੂੰ ਕਹਿੰਦੇ। ਨਾਨਕ ਰਿਹਾ ਸਰਬ ਸਮਾਏ, ਉਹ ਤਾਂ ਸਾਰ ਦੇ ਵਿੱਚ ਸਮਾਇਆ ਹੋਇਆ ਹੈ। ਪਰਮਾਤਮਾ ਸਾਰਿਆਂ ਦੇ ਵਿੱਚ ਵਸਦਾ ਹੈ, ਉਹਦੀ ਉਪਮਾ ਤੇ ਕੀਤੀ ਹੀ ਨਹੀਂ ਜਾ ਸਕਦੀ। ਪ੍ਰਭ ਬਖਸ਼ੰਦ ਦੀਨ ਦਇਆਲ, ਭਗਤ ਵਚਨ ਸਦਾ ਕਿਰਪਾਲ। ਪਰਮਾਤਮਾ ਕੀ ਹੈ? ਬਖਸ਼ੰਦ ਹੈ, ਬਖਸ਼ਣ ਵਾਲਾ ਹੈ, ਕਿ ਉਹਦਾ ਸੁਭਾਅ ਹੈ। ਜਿਹੜਾ ਵੀ ਕੋਈ ਸੱਚੇ ਦਿਲੋਂ ਮੁਆਫੀ ਮੰਗਦਾ ਉਹਨੂੰ ਮਾਫ ਕਰ ਦਿੰਦਾ। ਉਹ ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ। ਦੀਨ ਦਿਆਲ, ਉਹ ਦੀਨਾਂ ਤੇ ਦਇਆ ਕਰਨ। ਦੀਨ ਹੁੰਦਾ ਨਿਮਾਣੇ ਨਿਤਾਣੇ, ਨਿਮਾਣੇ ਨਿਤਾਣੇ ਤੇ ਦਇਆ ਕਰਦਾ ਹੈ। ਉਹ ਬਖਸ਼ੰਦ ਹੈ। ਭਗਤ ਵਛਲ, ਉਹ ਭਗਤੀ ਨੂੰ ਪਿਆਰ ਕਰਦਾ ਹੈ। ਭਾਵ ਜਿਹੜਾ ਉਹਦੀ ਭਗਤੀ ਕਰਦਾ ਉਹਨੂੰ ਪਰਮਾਤਮਾ ਪਿਆਰ ਕਰਦਾ ਹੈ। ਸਦਾ ਕਿਰਪਾਲ, ਪਰਮਾਤਮਾ ਸਦਾ ਹੀ ਕਿਰਪਾਲੂ ਹੈ। ਹੁਣ ਜਦ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ, ਪਰਮਾਤਮਾ ਤੁਹਾਨੂੰ ਪਿਆਰ ਕਰਦਾ। ਹੋਰ ਦੱਸੋ ਕੀ ਚਾਹੀਦਾ? ਸੰਸਾਰ ਦੀ ਸਭ ਤੋਂ ਵੱਡੀ ਸ਼ਕਤੀ ਤੁਹਾਨੂੰ ਪਿਆਰ ਕਰਦੀ ਹੈ। ਹੋਰ ਦੱਸੋ ਕੀ ਲੋੜ ਹੈ ਕਿਸੇ ਦੀ? ਮੰਨ ਲਓ ਤੁਹਾਡਾ ਕਿਸੇ ਨਾਲ ਪਿਆਰ ਹੈ, ਤੁਸੀਂ ਹਮੇਸ਼ਾ ਉਹਦਾ ਭਲਾ ਸੋਚੋਗੇ। ਪਿਆਰੇ ਦਾ ਹਮੇਸ਼ਾ ਭਲਾ ਸੋਚਿਆ ਜਾਂਦਾ। ਪਰਮਾਤਮਾ ਸਾਨੂੰ ਪਿਆਰ ਕਰਦਾ, ਫਿਰ ਉਹ ਸਾਡਾ ਭਲਾ ਕਰੇਗਾ ਨਾ। ਉਹ ਤਾਂ ਹੈ ਵੀ ਸਮਰੱਥ। ਅਸੀਂ ਤਾਂ ਕਈ ਵਾਰੀ ਦੂਜੇ ਦਾ ਭਲਾ ਕਰਦੇ, ਸਮਰੱਥ ਭਲਾ ਤਾਂ ਚਾਹੁੰਦੇ ਹਾਂ, ਕਰਨ ਦੇ ਸਮਰੱਥ ਨਹੀਂ ਹੁੰਦੇ। ਕਰਨ ਦੇ ਸਮਰੱਥ ਨਹੀਂ ਹੁੰਦੇ। ਕੋਈ ਰਿਸ਼ਤੇਦਾਰ ਗਰੀਬ ਹੈ, ਆਪਾਂ ਉਹਦੀ ਸਹਾਇਤਾ ਕਰਨਾ ਚਾਹੁੰਦੇ ਹਾਂ, ਪਰ ਆਪਾਂ ਤਾਂ ਆਪ ਹੀ ਗਰੀਬ ਹੈ, ਚਾਹੁਣ ਦੇ ਬਾਵਜੂਦ ਵੀ ਨਹੀਂ ਕਰ ਸਕਦੇ। ਪਰ ਪਰਮਾਤਮਾ ਤੇ ਸਮਰੱਥ ਹੈ। ਜਦੋਂ ਅਸੀਂ ਉਹਦੀ ਭਜਨ ਬੰਦਗੀ ਕਰਾਂਗੇ, ਉਹ ਸਾਨੂੰ ਪਿਆਰ ਕਰੇਗਾ। ਅਤੇ ਪਿਆਰਾ ਹਮੇਸ਼ਾ ਪਿਆਰੇ ਦਾ ਭਲਾ ਕਰ ਸੋਚਿਆ ਕਰਦਾ। ਅਨਾਥ ਨਾਥ ਗੋਬਿੰਦ ਗੋਪਾਲ, ਪਰਮਾਤਮਾ ਅਨਾਥਾਂ ਦਾ ਨਾਥ। ਜਿਹਦਾ ਕੋਈ ਨਹੀਂ ਉਹਦਾ ਪਰਮਾਤਮਾ।
ਗੋਬਿੰਦ ਸੰਸਕ੍ਰਿਤ ਦਾ ਸ਼ਬਦ ਹੈ ਗੋਵਿੰਦ। ਗੋ ਹੁੰਦੇ ਸ੍ਰਿਸ਼ਟੀ, ਵਿੰਦ ਹੁੰਦਾ ਜਾਣਨ ਵਾਲਾ, ਜਿਹੜਾ ਇਸ ਸੰਸਾਰ ਨੂੰ ਜਾਣਦਾ ਹੈ। ਪਰਮਾਤਮਾ ਗੋਬਿੰਦ ਹੈ, ਉਹ ਸ੍ਰਿਸ਼ਟੀ ਨੂੰ ਜਾਣਦਾ ਹੈ। ਗੋਪਾਲ ਹੁੰਦਾ ਸ੍ਰਿਸ਼ਟੀ ਨੂੰ ਪਾਲਣ ਵਾਲਾ। ਪਰਮਾਤਮਾ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੈ। ਉਹਨੇ ਜੀਵ ਬਣਾਇਆ ਨਾ, ਜੀਵਾਂ ਦੀ ਪਾਲਣਾ ਪੋਸ਼ਣਾ ਕਰਦਾ। ਹੁਣ ਜੀਵ ਵੀ ਆਕੜ ਜਾਂਦਾ ਹੈ, ਕਹਿੰਦਾ ਕੋਈ ਰੱਬ ਰੁੱਬ ਨਹੀਂ ਹੈ। ਉਹ ਕਹਿੰਦਾ ਦਫਾ ਫਿਰ ਆਪਣਾ ਕਮਾਲ ਹੈ, ਖਾ ਲੈ। ਤੁਹਾਡਾ ਬੱਚਾ ਤੁਹਾਡੇ ਅੱਗੇ ਆਕੜ ਜੇ, ਤੁਸੀਂ ਭਾਵੇਂ ਮੋਹ 'ਚ ਉਹਨੂੰ ਰੱਖੀ ਰੱਖੋ, ਪਰਮਾਤਮਾ ਤਾਂ ਕੋਈ ਮੋਹ ਨਹੀਂ ਹੈ। ਉਹ ਕਹਿੰਦਾ ਦਫਾ ਫਿਰ। ਤੁਹਾਡਾ ਬੱਚਾ ਤੁਹਾਡੇ ਅੱਗੇ ਆਕੜਦਾ, ਤੁਸੀਂ ਚਲੋ ਘਰੋਂ ਨਿਕਲ, ਆਪਣਾ ਕਮਾ ਤੇ ਖਾ, ਆਪਣਾ ਕਮਾਈ ਜਾ ਖਾਈ ਜਾ। ਫਿਰ ਨਹੀਂ ਉਹ ਪਾਲਦਾ, ਉਹ ਉਹਨਾਂ ਨੂੰ ਹੀ ਪਾਲਦਾ ਜਿਹੜੇ ਉਹਦੀ ਭਜਨ ਬੰਦਗੀ ਕਰਦੇ ਨੇ। ਨਹੀਂ ਤਾਂ 18 ਕਰੋੜ ਲੋਕ ਹਿੰਦੁਸਤਾਨ ਦੇ ਭੁੱਖੇ ਕਿਉਂ ਸੌਣ? ਅਗਰ ਤੁਸੀਂ ਮੇਰੀ ਭਜਨ ਬੰਦਗੀ ਦੇ ਕਰਦੇ ਹੋ, ਦਫਾ ਆਪਣਾ ਮੰਗੀ ਜਾ, ਜੋ ਫਿਰੀ ਜਾਓ, ਭੁੱਖੇ ਨੰਗੇ ਫਿਰੀ ਜਾਓ। ਮੈਂ ਘਨੌਰ ਤੋਂ ਆਇਆ ਕਰਦਾ ਸੀ, ਰਾਜ ਫੇਜ਼ 3 ਆਉਂਦਾ ਹੈ ਯੂਨਿਟ ਟੱਪ ਕੇ, ਉੱਥੇ ਕਿੰਨੇ ਹੀ ਇੱਟਾਂ ਦੇ ਖੜ੍ਹੇ ਹੋਏ ਝੌਂਪੜੀਆਂ ਬਣਾਈਆਂ ਹੋਈਆਂ ਨੇ, 80। ਇੱਕ ਉੱਤੇ ਝੌਂਪੜ ਦੇ ਉੱਤੇ ਸਪੀਕਰ ਲੱਗਾ ਹੋਇਆ। ਮੈਂ ਇਹਦਾ ਮਤਲਬ ਇੱਥੇ ਕੋਈ ਪਾਠ ਪੂਜਾ ਕਰਦਾ ਹੈ। ਮੈਂ ਦੇਖਦਾ ਵੀ ਜਿਹੜਾ ਪਾਠ ਕਰਦਾ ਹੈ ਕੀ ਉਹਦਾ ਦੂਜਿਆਂ ਨਾਲੋਂ ਲਿਵਿੰਗ ਸਟੈਂਡਰਡ ਵਧੀਆ? ਮੈਂ ਦੇਖਦਾ। ਡਰਾਈਵਰ ਤਾਂ ਸਾਰੇ ਮੈਨੂੰ ਜਾਣਦੇ, ਅੱਧੇ ਤਾਂ ਮੇਰੇ ਵਿਦਿਆਰਥੀ ਸਨ। ਉੱਧਰ ਘਨੌਰ 'ਤੇ ਡਰਾਈਵਰ ਆਉਂਦੇ ਸੀ। ਮੈਂ ਉਹਨੂੰ ਕਿਹਾ ਮੈਨੂੰ ਇੱਥੇ ਬੱਸ ਰੋਕਦੇ ਨਹੀਂ। ਮੈਂ ਕਿਹਾ ਅਗਲੀ ਜਿਹੜੀ ਬੱਸ ਚੜ੍ਹ ਜਾਏਗਾ ਹੱਥ ਦੇ ਕੇ। ਉਹਨੂੰ ਰੋਕਤੀ। ਮੈਂ ਸੂਟਡ ਬੂਟ, ਸਰਦੀ ਦਾ ਮੌਸਮ ਸੀ। ਉਹਨਾਂ ਸੋਚਿਆ ਵੀ ਸਾਡਾ ਕੋਈ ਅਫਸਰ ਆਇਆ। ਲੇਬਰ ਨੇ ਸੋਚਿਆ ਕੋਈ ਸਾਡਾ ਅਫਸਰ ਆਇਆ। ਮੈਨੂੰ ਕੋਲ ਚਲਿਆ ਗਿਆ। ਉਹ ਕੁਝ ਮੈਨੂੰ ਵੇਖ ਕੇ ਇਕੱਠੇ ਹੋ ਗਏ। ਮੈਂ ਵੀ ਤੁਸੀਂ ਇੱਥੇ ਕਿੰਨੇ ਰਹਿੰਦੇ ਹੋ? ਕਹਿੰਦੇ ਜੀ ਅਸੀਂ 80 ਰਹਿੰਦੇ ਹਾਂ। 80 ਮਜ਼ਦੂਰ ਇੱਥੇ ਰਹਿੰਦੇ ਹੋ। ਅੱਛਾ। ਮੈਂ ਜਿਹਦੇ ਸਪੀਕਰ ਲੱਗਾ ਹੋਇਆ, ਕਹਿੰਦੇ ਹਾਂ ਉਹ ਵੀ ਸਾਡਾ ਸਾਥੀ ਹੈ। ਉਹ ਵੀ ਮੈਨੂੰ ਵੇਖ ਕੇ ਆ ਗਿਆ। ਬੋਦਿਆਂ ਨੂੰ ਤੇਲ ਲਾਇਆ ਹੋਇਆ ਹੈ, ਚਿੱਟੀ ਕਮੀਜ਼, ਚਿੱਟਾ ਪਜਾਮਾ ਪਾਇਆ ਹੋਇਆ ਹੈ। ਦੂਜੇ ਲਿਬੜੇ ਤਿਬੜੇ ਨੇ। ਮੈਂ ਉਹਨੂੰ ਗੱਲ ਕਰਨ ਲੱਗ ਪਿਆ, ਬਈ ਤੇਰੀ ਕਮਾਈ ਦਾ ਕੀ ਸਾਧਨ ਹੈ? ਕਹੇ ਜੀ ਮੈਂ 1 ਘੰਟਾ ਸਵੇਰੇ 1 ਘੰਟਾ ਸ਼ਾਮ ਸਪੀਕਰ ਲਾ ਕੇ ਉਹਨਾਂ ਨੂੰ ਪਾਠ ਸੁਣਾ ਦੇਣਾ ਆਪਣੇ ਧਰਮ ਅਨੁਸਾਰ। ਹਾਂਜੀ, ਇਹ ਮੈਨੂੰ ਰੋਜ਼ 1-1 ਰੁਪਈਆ ਸਾਰੇ ਦੇ ਦਿਓ। ਉਦੋਂ 80 ਰੁਪਏ ਦਿਹਾੜੀ ਸੀ। ਮੈਨੂੰ 80 ਰੁਪਈਏ ਦੇ ਦੇਣੇ ਬਸ। ਮੈਂ ਦੇਖ ਇਹਨੂੰ ਹੈ, ਇਹ ਭਜਨ ਬੰਦੀ ਕੀ ਕਰਦਾ ਹੈ? 2 ਘੰਟੇ ਸਿਰ ਪਾਠ ਸੁਣਾਉਂਦਾ ਹੈ, ਕੰਮ ਕੋਈ ਨਹੀਂ ਕਰਦਾ। 80 ਰੁਪਈਏ ਇਹਨਾਂ ਦੇ ਬਰਾਬਰ ਕਮਾਉਂਦਾ ਹੈ ਅਤੇ ਵਧੀਆ ਕੱਪੜੇ ਪਾ ਕੇ ਫਿਰ ਰਿਹਾ ਹੈ। ਗੱਲ ਸਮਝੀਏ। ਇੱਕ ਗਰੀਬ ਵੀ ਭਜਨ ਬੰਦਗੀ ਕਰ ਲਾਦੇ, ਉਹ ਦੂਜੇ ਗਰੀਬਾਂ ਨਾਲ ਵਧੀਆ ਰਹਿਣਾ ਸ਼ੁਰੂ ਕਰ ਦੇਗਾ। ਪਰਮਾਤਮਾ ਨਹੀਂ ਚਾਹੁੰਦਾ ਕਿ ਮੇਰੀ ਭਜਨ ਬੰਦਗੀ ਕਰਨ ਵਾਲਾ ਗਰੀਬ ਹੋਵੇ। ਮੈਂ ਕਿਹਾ ਆਹ ਫਰਕ ਹੈ। ਮੈਂ ਆਹੀ ਪਤਾ ਕਰਨ ਆਇਆ ਸੀ। ਅਗਲੀ ਬੱਸ ਫੜੀ, ਮੈਂ ਘਰ ਨੂੰ ਆ ਗਿਆ। ਮੈਂ ਗਰੀਬਾਂ ਦੇ ਵਿੱਚ ਵੀ ਜਿਹੜਾ ਭਜਨ ਬੰਦਗੀ ਕਰਦਾ ਉਹ ਗਰੀਬਾਂ ਨਾਲੋਂ ਅਮੀਰ ਹੈ। ਚਿੱਟੀ ਕਮੀਜ਼ ਪਾਈ, ਚਿੱਟਾ ਪਜਾਮਾ ਪਾਇਆ, ਚੱਪਲਾਂ ਤਾਂ ਪਾਉਂਦੇ ਨੇ ਲੈ ਲੋਕ ਭਾਈ ਚੱਪਲ ਪਾਈ ਹੋਈਆਂ ਨੇ, ਅਤੇ ਸਿਰ ਨੂੰ ਤੇਲ ਲੱਗਾ ਹੋਇਆ ਹੈ। ਮੈਂ ਠੀਕ ਹੈ। ਝੌਂਪੜੀ ਵੀ ਦੂਜੇ ਨਾਲੋਂ ਦੇ ਅੰਦਰੋਂ ਠੀਕ ਹੈ। ਹਾਂ, ਭਜਨ ਬੰਦਗੀ ਹੁੰਦੀ ਹੈ। MA ਪਾਸ ਮੁੰਡੇ 6-6, 7-7 ਹਜ਼ਾਰ 'ਤੇ ਲੱਗੇ ਹੋਏ ਨੇ। ਆਹ ਸਾਡੇ ਮੈਟਰਿਕ ਪਾਸ ਪਾਠੀ ਜਿਹੜੇ ਨੇ 12,000 ਰੁਪਏ ਲੈਂਦੇ ਨੇ, ਔਰ ਕੁੱਲ 4 ਘੰਟੇ ਕੰਮ ਕਰਦੇ ਨੇ। ਤੁਹਾਡੇ ਜਿਹੜੇ ਬੱਚੇ 8-8, 10-10 ਹਜ਼ਾਰ 'ਤੇ ਲੱਗੇ ਨੇ, 8-8 ਘੰਟੇ ਕੰਮ ਕਰਦੇ, 8-8, 9-9 ਘੰਟੇ ਕੰਮ ਕਰਦੇ ਨੇ, ਅਤੇ ਉਹਨਾਂ ਨੂੰ 8-10 ਹਜ਼ਾਰ ਰੁਪਈਆ ਮਿਲਦਾ। ਇਹ 4 ਘੰਟੇ ਕੁੱਲ ਕੰਮ ਕਰਦੇ ਨੇ, 12,000 ਰੁਪਈਆ ਮਿਲਦਾ। ਔਰ ਏਅਰ ਕੰਡੀਸ਼ਨ ਕਮਰੇ 'ਚ ਬਹਿੰਦੇ ਨੇ। ਗਰਮੀ 'ਚ 48 ਘੰਟੇ ਚੱਲਦਾ ਰਹਿੰਦਾ, 24 ਘੰਟੇ AC ਚੱਲਦਾ ਰਹਿੰਦਾ ਹੈ। ਜਿੰਨਾ ਵਿਚਾਰਿਆਂ ਕੋਲ ਘਰਾਂ ਦੇ ਵਿੱਚ ਨਾ ਕੂਲਰ ਵੀ ਨਹੀਂ ਹੈਗੇ, ਉਹ AC 'ਚ ਆ ਕੇ ਬਹਿੰਦੇ ਨੇ। ਬਿਠਾ ਤਾ ਪਰਮਾਤਮਾ ਨੇ ਵੀ ਲਓ ਤੁਸੀਂ ਮੇਰੀ ਬਾਣੀ ਪੜ੍ਹਦੇ ਹੋ, ਆ ਜਾਓ, ਤੁਹਾਨੂੰ ਵਧੀਆ ਕੱਪੜਿਆਂ ਰੱਖਦਾ ਮੈਂ, ਠੀਕ ਹੈ। ਇੱਥੇ ਆਪਣਾ ਖਾਓ ਪੀਓ, ਚਾਹ ਪਾਣੀ ਪੀਓ, ਐਤਵਾਰ ਨੂੰ ਲੰਗਰ ਛਕੋ, ਅਤੇ ਨਾਲੇ ਆਪਣਾ 12,000 ਰੁਪਈਆ ਲਓ।
ਇਹ ਨਹੀਂ ਵੀ ਅਸੀਂ ਉਹਨਾਂ ਕੋਈ 24 ਮਹੀਨੇ ਬਾਅਦ ਦੇਣੇ, 48 ਘੰਟੇ ਬਾਅਦ ਪੈਸੇ ਲਓ ਜੀ ਆਪਣੇ, ਅਗਲੇ 48 ਘੰਟੇ ਬਾਅਦ ਫਿਰ ਲਓ ਜੀ। ਹਾਂਜੀ, ਹੈ ਨਾ ਮੌਜ। ਕਿਸੇ ਨੌਕਰੀ 'ਚ ਤੁਹਾਨੂੰ 48 ਘੰਟੇ ਬਾਅਦ ਪੈਸੇ ਨਹੀਂ ਮਿਲਦੇ। ਫੋਰਨ ਕੰਟਰੀ 7 ਦਿਨਾਂ ਬਾਅਦ ਮਿਲਦੇ ਨੇ, ਸਾਡੇ ਦੇਸ਼ ਮਹੀਨੇ ਬਾਅਦ ਮਿਲਦੇ ਨੇ, ਅਸੀਂ 48 ਘੰਟੇ ਬਾਅਦ ਦਿੰਦੇ। ਇਹ ਹੈ ਭਜਨ ਬੰਦਗੀ, ਇਹਨੂੰ ਕਹਿੰਦੇ ਨੇ ਭਜਨ ਬੰਦਗੀ। ਫਿਰ ਕੋਈ ਚੱਜ ਨਾਲ ਨਾ ਕਰੇ ਤਾਂ ਫਿਰ ਪਾਪਾਂ ਦਾ ਭਾਗੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਅਨਾਥ ਨਾਥ, ਪਰਮਾਤਮਾ ਅਨਾਥਾਂ ਦਾ ਨਾਥ ਹੈ। ਗੋਬਿੰਦ ਉਹ ਸ੍ਰਿਸ਼ਟੀ ਨੂੰ ਜਾਣਦਾ ਹੈ, ਹਰ ਇੱਕ ਜੀਵ ਨੂੰ ਜਾਣਦਾ ਹੈ। ਗੋਪਾਲ ਹੈ, ਸਾਰਿਆਂ ਦੀ ਪਾਲਣਾ ਪੋਸ਼ਣਾ ਕਰਦਾ ਹੈ। ਸਰਬ ਘਟਾਂ ਕਰਤ ਪ੍ਰਤਿਪਾਲ, ਪ੍ਰਤਿਪਾਲਨਾ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰਨਾ। ਘਾਟ ਕਹਿੰਦੇ ਸਰੀਰ ਨੂੰ, ਸਾਰੇ ਸਰੀਰਾਂ ਦੀ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰਦਾ ਹੈ। ਸਿਰਫ ਇੰਨਾ ਕਿ ਸਾਨੂੰ ਚੱਜ ਨਹੀਂ ਹੈ। ਪਰਮਾਤਮਾ ਸਾਨੂੰ ਰੁਜ਼ਗਾਰ ਦਿੰਦਾ ਹੈ, ਠੀਕ ਹੈ, ਸਾਨੂੰ ਪੈਸਾ ਵਰਤਣ ਦਾ ਚੱਜ ਹੀ ਨਹੀਂ। ਅਸੀਂ ਕੁਚੱਜੇ ਹਾਂ, ਅਸੀਂ ਕੁਚੱਜੇ ਹਾਂ, ਸਾਨੂੰ ਪੈਸੇ ਵਰਤਣ ਦਾ ਚੱਜ ਹੀ ਨਹੀਂ ਹੈ। ਗਰੀਬ ਬੰਦਾ ਹੈ, 500 ਰੁਪਏ ਦਿਹਾੜੀ ਕਰਕੇ ਆਇਆ ਹੈ, ਉਹਦੇ 100 ਰੁਪਏ ਦੀ ਸ਼ਰਾਬ ਪੀ ਆਉਂਦਾ ਹੈ। ਇਹਦੇ ਬਾਅਦ ਕੁਚੱਜਾ ਹੋ, ਉਹਨੂੰ ਚੱਜ ਨਹੀਂ ਹੈ। 100 ਦਾ ਤੂੰ 2 ਕਿਲੋ ਦੁੱਧ ਹੀ ਲੈ ਜਾ ਪਰਿਵਾਰ ਲਈ, ਸਾਰੇ ਜੀ ਆਪ ਵੀ ਅੱਧਾ ਕਿਲੋ ਪੀ, ਬਾਕੀ ਪਰਿਵਾਰ ਵੀ ਪੀ ਲੇਗਾ। ਪਾਈਏ ਕਹਿਣਗੇ ਬਾਪੂ ਜੀ ਆਉਂਦਾ ਰਹਿ, ਤੂੰ ਦੁੱਧ ਪਿਲਾ ਸਾਨੂੰ। ਤੇਨੇ ਕਿ ਘਰ ਗਿਆ ਸੜਿਆ ਜਿਹਾ ਆ ਗਿਆ, ਆ ਟੱਲੀ ਜਿਹਾ ਹੋਇਆ ਹੈ, ਤੇਰੇ ਬੱਚੇ ਨਹੀਂ ਦਿਸਦੇ, ਇਹਨੇ ਫੀਸ ਵੀ ਭਰਨੀ, ਉਹਨੇ ਕੱਪੜੇ ਵੀ ਲੈ ਕੇ ਦੇ, ਕਾਪੀ ਵੀ ਲੈ ਕੇ ਦੇਣੀ, ਬਸ ਉਹਦੇ ਕੀ ਅਸਰ ਕੋਈ ਜੋ ਹੋ ਗਿਆ। ਅਸੀਂ ਕੁਚੱਜੀ ਹਾਂ, ਸਾਨੂੰ ਚੱਜ ਨਹੀਂ ਹੈਗੇ। ਪਰਮਾਤਮਾ ਕੀ ਕਰੇ? ਉਹ ਕਹਿੰਦੇ ਮੈਂ ਤੁਹਾਨੂੰ ਰੁਜ਼ਗਾਰ ਦਿੱਤਾ, ਹੁਣ ਤੁਹਾਨੂੰ ਪੈਸੇ ਵਰਤਣੇ ਹੀ ਨਹੀਂ ਆਉਂਦੇ, ਮੈਂ ਕੀ ਕਰਾਂ? ਇਹ ਤਾਂ ਬਸ 10% ਲੋਕ ਨੇ ਜਿਹਨੂੰ ਪੈਸੇ ਵਰਤਣੇ ਆਉਂਦੇ ਨੇ, ਇਹਨਾਂ ਨੂੰ ਖਰਚਣੇ ਆਉਂਦੇ ਨੇ। ਇਹ ਇਸ ਲਈ ਭੁੱਖੇ ਨੰਗੇ ਕਰਜ਼ਾਈ ਲੋਕ ਨੇ। ਗੁਰੂ ਮਹਾਰਾਜ ਕਿਰਪਾ ਕਰ। ਸਰਬ ਘਟਾਂ ਕਰਤ ਪ੍ਰਤਿਪਾਲ, ਪਰਮਾਤਮਾ ਸਾਰੇ ਸਰੀਰਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ। ਆਦਿ ਪੁਰਖ ਕਾਰਨ ਕਰਤਾਰ, ਪਰਮਾਤਮਾ ਆਦਿ ਪੁਰਖ ਹੈ, ਸਭ ਤੋਂ ਪਹਿਲਾਂ ਉਹੀ ਸੀ, ਬਾਕੀ ਸੰਸਾਰ ਤੇ ਉਸ ਤੋਂ ਬਣਿਆ ਹੋਇਆ, ਇਸ ਲਈ ਆਦਿ ਪੁਰਖ ਹੈ। ਕਾਰਨ ਕਰਤਾ, ਸਾਰੀ ਸ੍ਰਿਸ਼ਟੀ ਨੂੰ ਦਾ ਮਾਲਕ ਹੈ ਉਹ। ਕਾਰਨ ਸ੍ਰਿਸ਼ਟੀ ਨੂੰ ਕਹਿੰਦੇ, ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਬਣਾਉਣ ਵਾਲਾ ਹੈ, ਕਰਤਾਰ ਹੈ। ਭਗਤ ਜਨਾ ਕੇ ਪ੍ਰਾਣ ਆਧਾਰ, ਉਹ ਆਪਣੇ ਭਗਤਾਂ ਦੇ ਪ੍ਰਾਣਾਂ ਦਾ ਆਧਾਰ ਹੈ। ਭਗਤ ਉਹਦੇ ਆਸਰੇ ਹੀ ਜਿਉਂਦੇ ਹਨ, ਉਹਨਾਂ ਨੂੰ ਪਰਮਾਤਮਾ ਦੇ ਆਸਰਾ ਹੈ। ਉਹਦੇ ਆਸਰੇ ਤੇ ਰਹਿੰਦੇ, ਲੋਕਾਂ ਦੇ ਆਸਰੇ ਨਹੀਂ ਰਹਿੰਦੇ ਹੈਗੇ, ਉਹ ਪਰਮਾਤਮਾ ਦੇ ਆਸਰੇ ਰਹਿੰਦੇ ਨੇ। ਇੱਕ ਬੱਚਾ ਆ ਗਿਆ 10ਵੇਂ ਪਾਤਸ਼ਾਹ ਕੋਲ, ਕਹਿੰਦੇ ਮੈਂ ਸਾਧ ਬਣਨਾ ਜੀ। ਉਹ ਕਹਿੰਦੇ ਸੁਣ, ਲੀਲਾਪੁਰ ਪਿੰਡ ਦੇ ਵਿੱਚ ਇੱਕ ਵਿਸ਼ਨੂੰ ਦਾ ਭਗਤ ਰਹਿੰਦਾ ਸੀ, ਖੇਤ ਦੇ ਵਿੱਚ ਕੁਟੀਆ ਬਣਾ ਕੇ ਰਹਿੰਦਾ ਸੀ। 7 ਦਿਨ ਕੋਈ ਉਹਨੂੰ ਰੋਟੀ ਪਾਣੀ ਨਹੀਂ ਦੇਣ ਆਇਆ, ਉਹ ਭੁੱਖਾ ਭਾਣਾ ਭਜਨ ਬੰਦਗੀ ਕਰਦਾ ਰਿਹਾ। ਵਿਸ਼ਨੂੰ ਮਹਾਰਾਜ ਨੂੰ ਚੜ੍ਹਿਆ ਗੁੱਸਾ ਵੀ ਮੇਰਾ ਭਗਤ 7 ਦਿਨ ਦਾ ਭੁੱਖਾ ਹੈ, ਇਹਨਾਂ ਲੋਕਾਂ ਨੇ ਉਹਨੂੰ ਰੋਟੀ ਨਹੀਂ ਦਿੱਤੀ। ਉੱਥੋਂ 2 ਆਪਣੇ ਸੇਵਕ ਭੇਜੇ ਵੀ ਆਹ ਮਸ਼ਾਲਾਂ ਲੈ ਜਾਓ, ਪਿੰਡ ਨੂੰ ਫੂਕਿਓ। ਉਹ ਦੋਨੋਂ ਮਸ਼ਾਲਾਂ ਲੈ ਕੇ ਜਦੋਂ ਉਸ ਭਗਤ ਕੋਲੋਂ ਲੰਘੇ ਨਾ, ਸਾਧ ਕੋਲ, ਉਹ ਕਹਿੰਦਾ ਕਿੱਥੇ ਚਲੇ ਹੋ? ਕਿ ਸਾਨੂੰ ਵਿਸ਼ਨੂੰ ਮਹਾਰਾਜ ਨੇ ਭੇਜਿਆ ਵੀ ਇਹ ਪਿੰਡ ਵਾਲਿਆਂ ਤੈਨੂੰ 7 ਦਿਨ ਤੋਂ ਕੋਈ ਰੋਟੀ ਨਹੀਂ ਭੇਜੀ, ਅਸੀਂ ਫੂਕਣ ਚੱਲੇ ਹਾਂ। ਕਹਿੰਦੇ ਅੱਛਾ, ਕਹਿੰਦੇ ਇੱਕ ਮਸ਼ਾਲ ਮੈਨੂੰ ਦੇ, ਮੈਂ ਵੀ ਤੁਹਾਡੇ ਨਾਲ ਰਲ ਜਾਣਾ। ਉਹ ਬੜੇ ਖੁਸ਼ ਹੋਏ, ਅਸੀਂ 3 ਹੋ ਗਏ। ਹੁਣ ਤਾਂ ਮਸ਼ਾਲ ਲੈ ਕੇ ਕਹਿੰਦਾ ਸੁਣੋ, ਹੈ ਜੇ ਤੁਸੀਂ ਪਿੰਡ ਨੂੰ ਫੂਕਣ ਕਹਿਣਾ, ਮੈਂ ਤੁਹਾਨੂੰ ਪਹਿਲਾਂ ਫੂਕ ਦੇਣਾ। ਕਹਿੰਦਾ ਯਾਰ ਕਮਾਲ ਦਾ ਬੰਦਾ ਤੂੰ, ਅਸੀਂ ਤਾਂ ਤੇਰੇ ਭਲੇ ਲਈ ਚੱਲੇ। ਕਹਿੰਦਾ ਸੁਣੋ ਮੇਰੀ ਗੱਲ, ਵਿਸ਼ਨੂੰ ਮਹਾਰਾਜ ਨੂੰ ਜਾ ਕੇ ਕਹਿ ਦਿਓ ਉਹ ਤੇਰੀ ਭਜਨ ਬੰਦਗੀ ਕਰਦਾ, ਉਹਨੇ ਲੋਕਾਂ ਲਈ ਤਾਂ ਕੁਛ ਕੀਤਾ ਹੀ ਨਹੀਂ। ਕਹਿੰਦੇ ਮੈਂ ਲੋਕਾਂ ਲਈ ਤਾਂ ਕੁਛ ਕੀਤਾ ਹੀ ਨਹੀਂ, ਲੋਕ ਮੈਨੂੰ ਕਿਉਂ ਰੋਟੀ ਦੇਣ?
ਮੈਂ ਤੇ ਵਿਸ਼ਨੂੰ ਮਹਾਰਾਜ ਦੀ ਭਜਨਬੰਦੀ ਉਸਨੂੰ ਜਾ ਕੇ ਕਹਿ ਦੋ ਕਿ ਉਹ ਤੇਰੀ ਭਜਨਬੰਦੀ ਕਰਦਾ, ਰੋਟੀ ਪਾਣੀ ਦੇਣਾ ਤੇਰਾ ਕੰਮ ਹੈ। ਵਿਸ਼ਨੂੰ ਕਹਿੰਦਾ ਹਾਂ ਅਸਲੀ ਹੈ ਮੇਰਾ ਭਗਤ। ਅਤੇ ਭਗਵਾਨ ਨੂੰ ਕੀ ਦੇਰ ਸਭ ਦੀਆਂ ਅੰਦਰ ਘੁੰਡੀਆਂ ਮਰੋੜਤੀਆਂ, ਸਵੇਰੇ ਖੀਰਾਂ ਆ ਰਹੇ, ਕੜਾਹ ਆ ਰਹੇ, ਪੂੜੇ ਆ ਰਹੇ, ਸਭ ਕੁਛ ਹੋ ਗਿਆ, ਬੱਲੇ ਬੱਲੇ ਹੋ ਗਏ। ਸੋ ਇਸ ਲਈ ਜਿਹੜੇ ਭਗਤ ਨੇ ਉਹ ਲੋਕਾਂ 'ਤੇ ਨਿਰਭਰ ਨਹੀਂ ਹੁੰਦੇ। ਉਹ ਭਗਤ ਹੀ ਕਾਹਦੇ ਫਿਰ? ਇਹਦੇ ਮਤਲਬ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਕਿ ਪਰਮਾਤਮਾ ਸਾਨੂੰ ਖਾਣ ਨੂੰ ਦੇਵੇਗਾ। ਪਰਮਾਤਮਾ ਨੇ ਰੋਟੀ ਉੱਤੋਂ ਨਹੀਂ ਸੁੱਟਣੀ, ਹਰ ਕਣੇ ਨਾ ਉਹਨੇ ਕੱਪੜੇ ਉੱਤੋਂ ਸੁੱਟਣੇ ਨੇ। ਪਰਮਾਤਮਾ ਸਾਡੇ ਵਿੱਚ ਬੈਠਾ ਹੈ, ਉਹ ਸਾਨੂੰ ਬੈਠਾ ਬੈਠਾ ਪ੍ਰੇਰ ਦੇਗਾ, ਚੱਲ ਬਈ ਫਲਾਣੇ ਦਾ ਕਰ, ਚੱਲ ਬਈ ਫਲਾਣੇ ਦਾ ਇਹ ਕਰ। ਕਿਉਂ ਕਹਿੰਦੇ ਪ੍ਰੇਰਨਾ ਹੋ ਗਈ ਹੈ, ਜਾ ਰਿਹਾ ਬਈ, ਜਾ ਰਿਹਾ ਰੋਟੀ ਲੈ ਕੇ, ਪਰੌਂਠੇ ਲੈ ਕੇ, ਹੋਰ ਜੀ ਬਾਬਾ ਜੀ ਕੋਈ ਸੇਵਾ ਹੈ ਜੀ, ਐਂ ਫਿਰ ਪੁੱਛਦੀ ਹੈ ਦੁਨੀਆ। ਇਸ ਲਈ ਜਿਹੜੇ ਪਰਮਾਤਮਾ ਦੇ ਵਾਕਈ ਭਗਤ ਹੁੰਦੇ ਨੇ ਉਹ ਸਿਰਫ ਅਤੇ ਸਿਰਫ ਪਰਮਾਤਮਾ ਦੇ 'ਤੇ ਹੀ ਨਿਰਭਰ ਹਨ। ਪਰਮਾਤਮਾ ਹੀ ਉਹਨਾਂ ਦੇ ਜੀਵਨ ਦਾ ਆਧਾਰ ਹੁੰਦਾ ਹੈ, ਉਹ ਲੋਕਾਂ 'ਤੇ ਨਿਰਭਰ ਨਹੀਂ ਹੁੰਦੇ। ਭਾਵੇਂ ਲੋਕਾਂ ਰਾਹੀਂ ਹੀ ਪਰਮਾਤਮਾ ਨੇ ਭਗਤ ਦੇ ਕਾਰਜ ਸਵਾਰਨੇ ਹੁੰਦੇ ਨੇ, ਪਰ ਉਹ ਸਿੱਧਾ ਲੋਕਾਂ 'ਤੇ ਨਿਰਭਰ ਨਹੀਂ ਹੁੰਦਾ। ਜੋ ਜੋ ਜਪੈ ਸੋ ਹੋਏ ਪਨੀਤ, ਪਨੀਤ ਪਵਿੱਤਰ ਨੂੰ ਕਹਿੰਦੇ ਨੇ। ਜਿਹੜਾ ਵੀ ਨਾਮ ਜਪਦਾ ਉਹੀ ਪਵਿੱਤਰ ਹੋ ਜਾਂਦਾ, ਕਿਉਂਕਿ ਨਿਰਮਲ ਤੇ ਸਭ ਨਿਰਮਲ ਹੋਵੇ। ਪਰਮਾਤਮਾ ਦਾ ਨਾਮ ਨਿਰਮਲ ਹੈ, ਜਿਹੜਾ ਨਾਮ ਜਪੀ ਜਾਏਗਾ ਸਮਾਂ ਪਾ ਕੇ ਉਹ ਵੀ ਨਿਰਮਲ ਹੋ ਜਾਏਗਾ। ਨਾਮ ਪਹਿਲਾਂ ਕੀ ਕਰਦਾ? ਸਾਡੀ ਸੋਚ ਨੂੰ ਉੱਚੀਆਂ ਕਰਦਾ ਹੈ। ਜਦੋਂ ਸੋਚ ਉੱਚੀ ਹੁੰਦੀ ਹੈ ਸਾਡੇ ਅੰਦਰ ਵਿਵੇਕ ਬੁੱਧ ਪੈਦਾ ਹੁੰਦੀ ਹੈ। ਜਦੋਂ ਵਿਵੇਕ ਬੁੱਧ ਪੈਦਾ ਹੁੰਦੀ ਹੈ ਸਾਨੂੰ ਫਿਰ ਕੀ ਠੀਕ ਹੈ ਅਤੇ ਕੀ ਗਲਤ ਦਾ ਪਤਾ ਲੱਗਦਾ ਹੈ। ਜਿੰਨਾ ਚਿਰ ਆਪਣੇ 'ਚ ਵਿਵੇਕ ਬੁੱਧ ਪੈਦਾ ਨਾ ਹੋਵੇ, ਆ ਗੁਰਬਾਣੀ ਸਾਰੀ ਵਿਵੇਕ ਬੁੱਧ ਹੈ, ਗੁਰਬਾਣੀ ਅਨੁਸਾਰ ਚੱਲੋ ਬਸ। ਜਦੋਂ ਆਪਣੇ ਅੰਦਰ ਵਿਵੇਕ ਬੁੱਧ ਪੈਦਾ ਹੋ ਗਈ ਕਿ ਸ਼ਰਾਬ ਨਹੀਂ ਪੀਣੀ ਚਾਹੀਦੀ, ਮੈਂ ਹੁਣ ਤੱਕ ਗਲਤੀ ਕਰਦਾ ਰਿਹਾ, ਜੇ ਤੁਹਾਡਾ ਮਨ ਇਹ ਕਹੇਗਾ ਸੋ ਤੁਹਾਡੇ ਅੰਦਰ ਵਿਵੇਕ ਬੁੱਧ ਪੈਦਾ ਹੋ ਗਈ। ਚੋਰੀ ਨਹੀਂ ਕਰਨੀ ਚਾਹੀਦੀ, ਮੈਂ ਹੁਣ ਤੱਕ ਗਲਤੀ ਕਰਦਾ, ਵਿਵੇਕ ਬੁੱਧ ਪੈਦਾ ਹੋ ਗਈ ਹੈ। ਮਿਲਾਵਟ ਨਹੀਂ ਕਰਨੀ ਚਾਹੀਦੀ, ਮੈਂ ਹੁਣ ਤੱਕ ਕਰਦਾ, ਮੈਂ ਬੜੀ ਗਲਤੀ ਕਰਦਾ, ਅੱਗੇ ਤੋਂ ਨਹੀਂ ਕਰਾਂ, ਵਿਵੇਕ ਬੁੱਧ ਪੈਦਾ ਹੋ ਗਈ। ਰਿਸ਼ਵਤ ਲੈਂਦਾ ਸੀ, ਵਿਵੇਕ ਬੁੱਧ ਪੈਦਾ ਹੋ ਗਈ, ਛੱਡ ਦੇਗਾ, ਪਤਾ ਲੱਗ ਗਿਆ ਇਹ ਠੀਕ ਨਹੀਂ ਹੈ। ਸਿਮਰਨ ਕਰਨ ਨਾਲ ਅੰਦਰ ਵਿਵੇਕ ਬੁੱਧ ਪੈਦਾ ਹੁੰਦੇ, ਪਹਿਲਾਂ ਪਤਾ ਲੱਗਦਾ ਕੀ ਠੀਕ ਹੈ ਅਤੇ ਕੀ ਗਲਤ ਹੈ। ਕਈ ਵਾਰੀ ਪਿਛਲੇ ਜਨਮਾਂ ਦੇ ਸੰਸਕਾਰ ਇੰਨੇ ਤਕੜੇ ਹੁੰਦੇ ਨੇ ਕਿ ਗਿਆਨ ਹੋਣ ਦੇ ਬਾਵਜੂਦ ਵੀ ਬੰਦਾ ਗਲਤ ਕੰਮ ਕਰਦਾ ਰਹਿੰਦਾ ਹੈ। ਸੰਸਕਾਰ ਹੀ ਇੰਨੇ ਤਕੜੇ ਨੇ, ਮਗਰ ਗਿਆਨ ਹੋ ਗਿਆ ਹੈ, ਉਹ ਬੁਰਾਈ ਛੱਡਣੀ ਵੀ ਚਾਹੁੰਦਾ ਹੈ, ਪਰ ਸੰਸਕਾਰ ਇਤਨਾ ਤਕੜਾ ਹੈ ਕੋਈ ਛੱਡ ਨਹੀਂ ਸਕਦਾ ਹੈ। ਭਜਨਬੰਦੀ ਕਰੀ ਜਾਏ, ਬੇਨਤੀ ਕਰੀ ਜਾਏ, ਇੱਕ ਦਿਨ ਪਰਮਾਤਮਾ ਕਿਰਪਾ ਕਰ ਦੇਗਾ, ਅੰਦਰ ਸਾਰੀ ਮੈਲ ਹੀ ਲਾ ਦੇਗਾ, ਨਿਬੜ ਗਿਆ ਕੰਮ। ਇਸ ਲਈ ਕਈ ਵਾਰੀ ਗਿਆਨ ਹੋ ਜਾਂਦਾ, ਇਸ 'ਚ ਕੋਈ ਸ਼ੱਕ ਨਹੀਂ ਹੈ। ਗਿਆਨ ਹੋਣ ਦੇ ਬਾਵਜੂਦ ਵੀ ਮਨੁੱਖ ਅਗਿਆਨੀਆਂ ਵਾਲੇ ਕਰਮ ਕਰਦਾ, ਕਿਉਂਕਿ ਸੰਸਕਾਰ ਹੀ ਇੰਨਾ ਤਕੜਾ। ਮੰਨ ਲਓ ਮੈਂ ਪਿਛਲੇ ਜਨਮ ਸਾਰੀ ਉਮਰ ਚੋਰੀ ਕਰਦਾ ਰਿਹਾ, ਹੁਣ ਗੁਰਦੁਆਰੇ 'ਚ ਬੈਠਾ ਵੀ ਮੈਂ ਚੋਰੀ ਕਰਾਂਗਾ, ਜਦੋਂ ਮੌਕਾ ਮਿਲੂ 2-4 ਰੁਪਏ ਚੱਕ ਲਾਂਗਾ, ਕਿਉਂ ਸੰਸਕਾਰ ਇੰਨੇ ਤਕੜੇ ਨੇ। ਨਹੀਂ ਤਾਂ ਗੁਰਦੁਆਰਿਆਂ ਤਾਂ ਚੋਰੀਆਂ ਹਟਾਉਣੀਆਂ ਨੇ, ਪਰ ਗੁਰਦੁਆਰੇ ਦੇ ਵਿੱਚ ਕਈ ਕਰਮਚਾਰੀ ਜਿਹੜੇ ਚੋਰੀ ਕਰਦੇ ਨੇ, ਗੁਰਦੁਆਰੇ ਦੇ ਵਿੱਚ ਲੱਗੇ ਹੋਏ, ਪਿਛਲੇ ਜਨਮ 'ਚ ਬੜੇ ਸਮਾਂ ਚੋਰ ਰਹੇ ਸਨ, ਗੁਰਦੁਆਰੇ 'ਚ ਰਹਿੰਦੇ ਹੋਏ ਵੀ ਚੋਰੀ ਛੱਡ ਨਹੀਂ ਸਕੇ ਹੈਗੇ। ਭਜਨ ਬੰਦਗੀ ਉਹ ਕਰਦੇ ਨਹੀਂ, ਉਹ ਤਾਂ ਬਸ ਉਹਨਾਂ ਕੁ ਸਮਾਂ ਪਾਠ ਕੀਤਾ, ਪੈਸੇ ਲਏ, ਚੱਲ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਜੋ ਸਿਮਰਨ ਕਰਦੇ ਰਹਿਣ ਵਿਹਲੇ ਸਮੇਂ ਦੇ ਵਿੱਚ, ਤਾਂ ਫਿਰ ਜਿਹੜਾ ਪਰਮਾਤਮਾ ਕਿਰਪਾ ਕਰਕੇ ਉਹਨਾਂ ਦੀ ਸਾਰੀ ਮੈਲ ਕੱਢ ਦੇਗਾ, ਬੁਰਾਈ ਛੱਡ ਦੇਣਗੇ। ਸੋ ਜੋ ਜਪਦਾ ਰਹਿੰਦਾ ਉਹ ਪਵਿੱਤਰ ਹੋ ਜਾਂਦਾ ਹੈ। ਟਾਈਮ ਲੱਗਦਾ ਹੈ, ਕਈ ਵਾਰੀ ਮੈਲ ਬਹੁਤ ਜ਼ਿਆਦਾ ਲੱਗੀ ਹੁੰਦੀ ਹੈ, ਸੰਸਕਾਰ ਇੰਨੇ ਭੈੜੇ ਤਗੜੇ ਹੁੰਦੇ ਨੇ, ਉਹ ਛੇਤੀ ਛੇਤੀ ਛੱਡ ਨਹੀਂ ਹੁੰਦੇ, ਇਸ 'ਚ ਕੋਈ ਸ਼ੱਕ ਨਹੀਂ। ਮੈਂ ਇਸ ਗੱਲ ਨੂੰ ਸਵੀਕਾਰ ਕਰਦਾ ਹਾਂ। ਜਿਹੜਾ ਅਸੀਂ ਪਿਛਲੇ ਜਨਮ 'ਚ ਕਈ ਸਾਲਾਂ ਬੱਧੀ ਕੋਈ ਕੰਮ ਕਰਦੇ ਰਹੇ ਹੋਏ, ਇਹ ਸੰਸਕਾਰ ਇੰਨਾ ਡੂੰਘਾ ਹੋ ਜਾਂਦਾ ਹੈ,
ਜਿਵੇਂ ਸਾਡਾ ਟੀਚਰ ਡਰਾਇੰਗ ਟੀਚਰ ਸਾਨੂੰ ਛੁੱਟੇ ਹੁੰਦਾ ਸੀ, ਕਹਿੰਦੇ ਫੁੱਟੇ ਨਾਲ ਤੁਸੀਂ ਇੱਕ ਲਾਈਨ ਪੈਨਸਲ ਨਾਲ ਇੱਕ ਲਾਈਨ ਪਾਓ, ਅਸੀਂ ਵਾਹਤੀ, ਕਹਿੰਦੇ ਰਬੜ ਨਾਲ ਮਿਟਾਓ, ਮਿਟਾਤੀ, ਕਹਿੰਦੇ ਫਿਰ ਲਾਈਨ ਖਿੱਚੋ, ਇਸ ਲਾਈਨ ਦੇ ਉੱਤੇ ਫਿਰ ਪੈਨਸਲ ਫੇਰੋ, ਫਿਰ ਫੇਰੋ, ਜੋ 10-12 ਵਾਰੀ ਪੈਨਸਲ ਉੱਤੇ ਫੇਰ ਕਹਿੰਦੇ ਹੁਣ ਮਿਟਾਓ, ਨਹੀਂ ਮਿਟੀ, ਕਾਲਾ ਹੋ ਗਿਆ ਸਾਰਾ ਕਾਗਜ਼, ਉਹ ਨਹੀਂ ਮਿਟੀ। ਕਿਉਂ? ਉਹ ਡੂੰਘਾ ਸੰਸਕਾਰ ਹੋ ਗਿਆ ਹੈ, ਉਹਨੂੰ ਟਾਈਮ ਲੱਗੂਗਾ। ਉਹ ਫਿਰ ਉਦੋਂ ਸਾਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਸੀ ਆਉਂਦੀ, ਉਹ ਵੱਡੇ ਹੋਣ ਕਰਕੇ ਉਹਨਾਂ ਨੂੰ ਗਿਆਨ ਸੀ। ਕਹਿੰਦੇ ਕਾਕਾ ਇਸ ਤਰ੍ਹਾਂ ਜੇ ਤੁਸੀਂ ਇਸ ਜਨਮ ਚੋਰੀਆਂ ਕਰਦੇ ਰਹੇ ਨਾ, ਇਹ ਇੰਨਾ ਜਿਵੇਂ ਆ ਮਿਟਦੀ ਨਹੀਂ ਨਾ ਲਾਈਨ, ਹਾਂ ਉਹ ਮਿਟਣਾ ਨਹੀਂ ਤੁਹਾਡੇ ਤੋਂ ਛੇਤੀ ਅਗਲੇ ਜਨਮ 'ਚ। ਇੱਕ ਅੱਧੀ ਵਾਰੀ ਚੋਰੀ ਕੀਤੀ ਮਗਰ ਨਹੀਂ ਕੀਤੀ ਉਹ ਕੋਈ ਨਹੀਂ, ਜਿਵੇਂ ਇੱਕ ਵਾਰੀ ਤੁਸੀਂ ਪੈਨਸਲ ਫੇਰੀ ਆਪਾਂ ਰਬੜ ਦਾ ਮਿਟਾਤੀ, ਉਹ ਛੇਤੀ ਹੈ। ਜੇ ਸੰਸਕਾਰ ਡੂੰਘੇ ਹੋ ਜਾਣ ਬੜੇ ਔਖੇ ਹੁੰਦੇ ਨੇ ਛੱਡਣੇ। ਹਾਂਜੀ, ਉਹ ਤਾਂ ਫਿਰ ਤਰਲੇ ਕਰਦੇ ਨਹੀਂ ਤਾਂ ਗੁਰੂ ਕਿਰਪਾ ਕਰੋ ਸੱਚੇ ਪਾਤਸ਼ਾਹ, ਉਹ ਫਿਰ ਜਾਣਦੇ ਨੇ ਵੀ ਇਹ ਵਾਕਿਆ ਹੀ ਛੱਡਣਾ ਚਾਹੁੰਦਾ ਹੈ, ਫਿਰ ਗੁਰੂ ਬਾਰੇ ਕਿਸੇ ਨਾ ਕਿਸੇ ਦਿਨ ਕਿਰਪਾ ਕਰ ਦਿੰਦੇ। ਇੱਕ ਆਉਂਦਾ ਹੁੰਦਾ, ਮਾਂ ਉਹਦੀ ਆਉਂਦੀ ਹੈ ਮੇਰਾ ਮੁੰਡਾ ਮਰ ਜੇ, ਬਾਬਾ ਜੀ ਮੈਨੂੰ ਪਾੜ ਦੇ ਦਿਓ ਮੇਰਾ ਮੁੰਡਾ ਮਰ ਜੇ। ਮੁੰਡਾ ਮੇਰੇ ਕੋਲ, ਬਾਬਾ ਜੀ ਮੈਨੂੰ ਪਾੜ ਦੇ ਦਿਓ ਮੈਂ ਸ਼ਰਾਬ ਛੱਡਦਾ। ਮੈਂ ਸ਼ਰਾਬ ਛੱਡਣਾ ਚਾਹੁੰਦਾ, ਛੱਡ ਨਹੀਂ ਹੁੰਦੀ। ਸੰਸਕਾਰ ਹੀ ਇੰਨੇ ਡੂੰਘੇ ਨੇ, ਨਾ ਪਤਾ ਹੁੰਦਾ ਮੈਂ ਕਹਿੰਦਾ ਛੱਡ ਕਿਉਂ ਨਹੀਂ ਹੁੰਦੀ। ਜੇ ਮੈਨੂੰ ਇਹਨਾਂ ਗੱਲਾਂ ਨਾ ਪਤਾ ਮੈਂ ਕਹਿੰਦਾ ਛੱਡ ਕਿਉਂ ਨਹੀਂ, ਛੱਡਣੀ ਨਹੀਂ। ਬੰਦਾ ਮਾਂ ਕਹਿੰਦੀ ਉਂਝ ਕੁਛ ਨਹੀਂ ਮੈਨੂੰ ਕਹਿੰਦਾ, ਅਬਾ ਤਬਾ ਨਹੀਂ ਬੋਲਦਾ, ਕੋਈ ਮੈਨੂੰ ਗਾਲਾਂ ਨਹੀਂ ਕੱਢਦਾ ਹੈਗਾ, ਬਸ ਜਦੋਂ ਇਹਨੇ ਪੀਣੀ ਹੈ ਘਰ ਦੀ ਜਿਹੜੀ ਚੀਜ਼ ਮਿਲੀ ਉਹ ਵੇਚ ਆਉਣੀ ਹੈ ਬਸ। ਇੱਕ ਬੀਬੀ ਮੈਨੂੰ ਸੁਣਾਉਂਦੇ ਕਿ ਉਹਨਾਂ ਦੇ ਗੁਆਂਢ 'ਚ ਇੱਕ ਬੀਬੀ ਸੀ, ਉਹਦਾ ਘਰ ਵਾਲਾ ਬਹੁਤ ਸ਼ਰਾਬੀ ਸੀ। ਉਹ ਵਿਚਾਰੀ ਜੇ ਬਾਜ਼ਾਰ 'ਚੋਂ ਆਟਾ ਲਿਆਉਂਦੀ ਸੀ ਨਾ, ਗੁਆਂਢੀ ਦੇ ਘਰ ਰੱਖਦੀ ਸੀ ਵੀ ਜਿਵੇਂ ਆਪਣੇ ਘਰ ਰੱਖਿਆ, ਇਹਦਾ ਕੀ ਹੈ, ਇਹ ਤਾਂ ਵੇਚ ਕੇ ਸ਼ਰਾਬ ਪੀ ਹੋਏ, ਅਤੇ ਬੱਚਿਆਂ ਨੂੰ ਰੋਟੀ ਮੈਂ ਕਿੱਥੋਂ ਦਿਆਂਗੀ, ਕਿੱਥੋਂ ਦਿਆਂਗੀ। ਹੁਣ ਉਹ ਜਦੋਂ ਵੀ ਆਊਗਾ, ਉਹ ਸਵੇਰੇ ਹੀ ਆਉਂਦਾ, ਕਦੋਂ ਉਦੋਂ ਉਤਰ ਚੁੱਕੀ ਹੁੰਦੀ ਹੈਗੀ, ਸ਼ਾਮ ਨੂੰ ਨਹੀਂ ਆਉਂਦਾ। ਮੈਂ ਉਹਨੂੰ ਕਿਹਾ ਸੀ ਤੂੰ ਸੰਥਿਆ ਲੈ, 5-7 ਦਿਨ ਆਇਆ, ਫਿਰ ਕਿੱਥੇ ਆਦਤ ਹਟਦੀ ਹੈ, ਫਿਰ ਪੀਣ ਲੱਗ ਗਿਆ। ਮੇਰੇ ਕੋਲ ਆ ਗਈ ਘਰ ਕਹਿੰਦਾ 100 ਰੁਪਏ ਦਿਓ ਮੈਨੂੰ, ਸੰਥਿਆ ਲੈਂਦਾ ਸੀ ਉਹੀ। ਮੈਂ ਆਖਿਆ ਮਹਾ ਭਰਾਵਾ ਪੈਸੇ ਵਾਸਤੇ ਮੇਰੇ ਕੋਲ ਠੀਕ ਹੈ, ਬਿਨ ਸ਼ਰਾਬ ਪੀਣੀ ਹੈ, ਉਲਟਾ ਸੇ ਪਾਪ ਲੱਗਦਾ ਦਾਨ ਕੀਤਾ ਹੈ। ਤਾਂ ਹੀ ਕਹਿੰਦੇ ਦਾਨ ਵੀ ਅਕਲ ਨਾ ਕਰਨਾ, ਅਕਲੀ ਕੀਚੇ ਦਾਨ, ਵੀ ਜਿਹਨੂੰ ਦੀ ਮੈਂ ਸਹਾਇਤਾ ਕਰ ਪੈਸਾ ਦੇ ਰਿਹਾ ਕਿ ਮੇਰੇ ਪੈਸੇ ਨੂੰ ਸਹੀ ਵਰਤੇਗਾ। ਹੁਣ ਤੇ ਮੰਗਤੇ ਨੂੰ ਦਿੱਤੇ ਪੈਸੇ, ਉਹ ਤਾਂ ਰੋਜ਼ ਸਾਰੇ ਮੰਗਤੇ ਰਾਤ ਨੂੰ ਪੀਂਦੇ ਨੇ, ਸਾਰੇ ਮੰਗਤੇ। ਉਹਨਾਂ ਨੇ ਕਿਹੜਾ ਉਹਦੇ ਕੱਪੜੇ ਸਿਲਾਣੇ ਨੇ, ਨਵੇਂ ਉਹ ਕੱਪੜੇ ਪਾ ਨਹੀਂ ਸਕਦੇ, ਉਹਨਾਂ ਨੂੰ ਦੇਵੇਗਾ ਕੌਣ। ਮੰਗਤੇ ਦੀ ਮਜਬੂਰੀ ਹੈ ਸੜੇ ਜਿਹੇ ਕੱਪੜੇ ਪਾ ਕੇ ਰੱਖਣੇ ਨੇ। ਅੱਗੇ ਜਿਹੜਾ ਦਾ ਕੌਲਾ ਹੈ ਉਹ ਵੀ ਚਿੱਬਾ ਹੁੰਦਾ, ਉਹ ਨਵਾਂ ਨਹੀਂ ਹੁੰਦਾ, ਉਹ ਵੀ ਚਿੱਬ ਖੜਿੱਬਾ ਹੁੰਦਾ ਵੀ ਲੱਗੇ ਵੀ ਇਹ ਤਾਂ ਵਿਚਾਰਾ ਬਹੁਤ ਗਰੀਬ ਹੈ, ਬੜਾ ਲਾਚਾਰ ਹੈ, ਦਿਓ ਜੀ ਇਹਨੂੰ, ਦਿਓ ਜੀ। ਉਹਨਾਂ ਦੀ ਮਜਬੂਰੀ ਹੈ ਇਹ, ਉਹ ਵਧੀਆ ਜੀਵਨ ਜਿਉ ਹੀ ਨਹੀਂ ਸਕਦੇ। ਤੁਸੀਂ ਅੱਜ 10,000 ਕਿਸੇ ਮੰਗਤੇ ਨੂੰ ਦੇ ਦਿਓ, ਇਹ ਨਹੀਂ ਕੋਈ 2-4 ਮਹੀਨੇ ਮੰਗਣੇ ਨਾ, ਅਗਲੇ ਦੇ ਫਿਰ ਅਸੀਂ ਠੂਠਾ ਲੈ ਕੇ ਬੈਠਾ ਹੋਏਗਾ, ਫਿਰ ਫਾਇਦਾ ਕਿਆ ਹੈ। ਉਹ ਰੋਜ਼ ਸ਼ਰਾਬਾ ਪੀਵੇਗਾ। ਜਿਸ ਬੰਦੇ ਨੇ ਨਾ ਤਾਂ ਕੱਪੜਾ ਸਿਲਾਣਾ ਅਤੇ ਨਾ ਕੋਈ ਰੋਟੀ ਜੁੱਤੀ ਲੈਣੀ ਹੈ, ਅਤੇ ਉਹਨੂੰ ਫਿਰ ਪੈਸੇ ਉਜਾੜਦੇ ਹੀ ਨੇ ਨਾ। ਇੰਨੀ ਤਾਂ ਜੇ ਅਕਲ ਨਹੀਂ ਵੀ ਚੱਲ ਪੈਸੇ ਆਏ ਨੇ ਮੈਂ ਕੋਈ ਰੁਜ਼ਗਾਰ ਹੀ ਸ਼ੁਰੂ ਕਰ ਲਾ, ਕੋਈ ਕੰਮ ਹੀ ਸ਼ੁਰੂ ਕਰ ਲਾ ਜਿਹਨੂੰ ਬੈਠੇ ਬਿਠਾਏ ਖਾਣ ਨੂੰ ਮਿਲੇ ਹੈ। ਸਗੋਂ ਤਾਂ ਕਈ ਵਾਰੀ ਕਹਿੰਦੇ ਨੇ ਸਾਡੇ ਤੋਂ ਪਹਿਲਾਂ ਪੁੱਛ ਕੇ ਜਾਇਆ ਕਰੋ ਜੀ, ਸਾਡੇ ਤੋਂ ਪੁੱਛ ਕੇ ਜਾਇਆ ਕਰੋ, ਅਸੀਂ ਤੁਹਾਡਾ 1.5 ਦੇਵੇ ਫਲਾਣੇ ਦਿਨ ਲੈ ਕੇ ਆਇਓ, ਸਾਡੇ ਕੋਲ ਬਹੁਤ ਆਉਂਦੇ ਨੇ ਜੀ, ਸਾਡੇ ਕੋਲ ਵਾਧੂ ਪਿਆ, ਦੇਖੋ ਇੰਨਾ ਪਿਆ ਮੰਗਤੇ। ਕਹਿੰਦੇ ਫਿਰ ਕਹਿੰਦੇ ਕੀ ਬਣਾਓਗੇ, ਫਿਰ ਦੇ ਕੀ ਦੇਵੋਗੇ ਸਾਨੂੰ, ਕੀ ਬਣਾ ਕੇ ਲਿਆਓਗੇ। ਜੋ ਸ਼ੁਰੂ ਸੇ ਸੁਸਾਇਟੀ ਬਣਾਈ ਹੈ, ਅੱਛਾ ਉਹਦੇ ਭਿੰਡਰ ਸਾਹਿਬ ਕਹਿੰਦੇ, ਭਿੰਡਰ ਸਾਹਿਬ ਫਿਰ ਕੀ ਬਣਾਓਗੇ। ਮੈਨੂੰ ਪਤਾ ਸੀ, ਮੈਂ ਜੀ ਖੀਰ ਬਣਾਵਾਂਗੇ। ਕਹਿੰਦੇ ਫਿਰ ਅਸੀਂ ਸਾਰੇ ਆਵਾਂਗੇ ਖੀਰ ਖਾਣ, ਸਾਰਾ ਟੱਬਰ ਆਵਾਂਗੇ, ਮੈਂ ਡਰਾਈ ਫਰੂਟ ਹੀ ਪਾਵਾਂ, ਫਿਰ ਤਾਂ ਕਿਆ ਬਾਤ ਹੈ ਜੀ, ਬਸ ਆਏ ਅਸੀਂ ਸਮਝੋ ਖਾਣ ਆਉਂਦੇ ਸੀ। ਪੁੱਛਦੇ ਸਨ ਕੀ ਬਣਾਓਗੇ ਲੰਗਰ 'ਚ, ਐਂ ਲਾਉਣੇ ਪੈਂਦੇ ਨੇ, ਇਹ ਝਾੜ 'ਤੇ ਲਾਉਣੇ ਪੈਂਦੇ ਨੇ। ਟਰੱਕ ਕਾ ਉਹਦੇ ਟਰੱਕ ਉਹਦੇ ਬੱਸਾਂ ਬੁੱਸਾਂ ਘੱਟ ਹੀ ਹੁੰਦੀਆਂ ਸਨ,
ਇੱਕ ਸਾਡਾ ਸਤਸੰਗੀ ਸੀ, ਉਹ ਟਰੱਕ ਵਾਲੇ ਦੇ ਜਾਣੂ ਸਨ। ਅਸੀਂ ਉਹਨੂੰ ਜਿਹੜਾ ਹੈ ਤੇਲ ਦੇ ਦਿੰਦੇ ਸੀ, ਉਹ ਟੂਰ 'ਤੇ ਲੈ ਜਾਂਦਾ ਸੀ ਸਾਨੂੰ। ਚਲੋ ਵੀ ਚਲੋ ਫਲਾਣੇ ਥਾਂ 'ਤੇ ਚੱਲਣਾ, ਬੈਠੋ ਇਹ ਟਰੱਕ 'ਤੇ ਜਾ ਰਿਹਾ ਆ ਰਿਹਾ। ਹੌਲੀ ਹੌਲੀ ਜੁੜਦੀ ਸੰਗਤ ਜੁੜ ਗਈ। ਇੱਕ ਵਾਰੀ ਚਾੜ 'ਤੇ ਲੱਗ ਗਏ, ਹੁਣ ਆਪੇ ਖਰੀਦ ਕੇ ਖਾਓ। ਕਿਉਂਕਿ ਮੈਨੂੰ ਪਤਾ ਸੀ ਵੀ ਅਮਲੀਆਂ ਨਾਲ ਇਹ ਹੀ ਹੁੰਦਾ। ਜਿਹਨੂੰ ਅਮਲੀ ਬਣਾਉਣਾ ਪਹਿਲਾਂ ਉਹਨੂੰ ਮੁਫਤ ਖੁਆਇਆ ਜਾਂਦਾ, ਫੀਮ ਜੋ ਕੁਛ ਵੀ ਹੈ। ਕੁਝ ਦਿਨ ਉਹਨੂੰ ਆਪਣੇ ਕੋਲੋਂ ਖੁਆਇਆ ਜਾਂਦਾ। ਜਦੋਂ ਉਹ ਹੋ ਜਾਂਦਾ ਵਾਕਈ ਅਮਲੀ ਹੋ ਜਾਂਦਾ, ਕਹਿੰਦੇ ਹੁਣ ਆਪੇ ਘਰ ਦੇ ਭਾਂਡੇ ਵਿੱਚ ਆਪੇ ਹੀ ਕਰ। ਹੁਣ ਫਿਰ ਸ਼ੌਕ ਪੈਦਾ ਹੋ ਗਿਆ। ਹੌਲੀ ਹੌਲੀ ਫਿਰ ਲੋਕਾਂ ਕੋਲ ਕਾਰਾਂ ਹੋ ਗਈਆਂ, ਫਿਰ ਉਹ ਕਾਰਾਂ 'ਤੇ ਜਾਣ ਲੱਗ ਪਏ। ਮੈਂ ਹੁਣ ਟਰੱਕ ਲਿਜਾਣ ਦੀ ਲੋੜ ਨਹੀਂ, ਅਮੀਰ ਹੋ ਗਏ ਸਤਸੰਗੀ, ਆਪੇ ਹੁਣ ਜਾਈ ਜਾਣਗੇ। ਸੋ ਇਸ ਲਈ ਚੰਗੇ ਪਾਸੇ ਲਾਉਣ ਲਈ ਵੀ ਕਈ ਵਾਰੀ ਕੁਛ ਕਰਨਾ ਪੈਂਦਾ ਵੀ ਚਲੋ ਭਾਈ ਇਹ ਚੰਗੇ ਪਾਸੇ ਇੱਕ ਵਾਰੀ ਲੱਗ ਜਾਣ, ਸਤਸੰਗ ਕਰਨ ਲੱਗ ਜਾਣ, ਬਾਣੀ ਪੜ੍ਹਨ ਲੱਗ ਜਾਣ, ਹੌਲੀ ਹੌਲੀ ਇਹਨਾਂ ਦਾ ਭਲਾ ਹੋ ਜਾਏਗਾ। ਪਰ ਲੱਗੇ ਰਹਿਣਗੇ, ਇਹ ਕਰਨਗੇ, ਹੌਲੀ ਹੌਲੀ ਇਹਨੂੰ ਵੇਖ ਇਹਨਾਂ ਦੇ ਬੱਚੇ ਆ ਜਾਣਗੇ, ਉਹ ਸਿੱਖ ਜਾਣਗੇ, ਭਲਾ ਹੀ ਹੋਵੇਗਾ। ਕਿਸੇ ਨੂੰ ਚੰਗੇ ਪਾਸੇ ਲਾਉਣਾ ਇਹ ਵੀ ਇੱਕ ਸ਼ੁਭ ਕਰਮ ਹੁੰਦਾ, ਉਹ ਫਲ ਮਿਲਣਾ ਹੀ ਮਿਲਣਾ ਹੁੰਦਾ। ਤੁਸੀਂ ਕਿਸੇ ਚੰਗੇ ਪਾਸੇ ਲਾਤੇ, ਤੁਹਾਨੂੰ ਵੀ ਉਹਦਾ ਫਲ ਮਿਲਣਾ ਹੀ ਮਿਲਣਾ। ਤੁਸੀਂ ਕਿਸੇ ਨੂੰ ਭੈੜੇ ਪਾਸੇ ਲਾਤੇ, ਤੁਹਾਡਾ ਵੀ ਨੁਕਸਾਨ ਹੋਏਗਾ ਕਿ ਤੁਸੀਂ ਇਹਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਈਏ। ਮੈਂ ਕਿਸੇ ਨੂੰ ਨਸ਼ੇ ਵਾਲੇ ਪਾਸੇ ਲਾ ਦਿੰਦਾ ਅਤੇ ਕੁੱਟ ਮੈਨੂੰ ਉੱਥੇ ਪੈਣੀ ਹੈ ਵੀ ਆ ਜਾ। ਭਾਵੇਂ ਤੂੰ ਆਪ ਨਸ਼ੇ ਨਹੀਂ ਕੀਤੇ, ਪਰ ਤੂੰ ਦੂਜਿਆਂ ਦੀ ਜ਼ਿੰਦਗੀ 'ਤੇ ਬਰਬਾਦ ਕਰਕੇ ਨਾ ਢਾਹ ਲਓ ਇਹਨੂੰ। ਜਮਦੂਤ ਹੈਗੇ, ਉਹਨਾਂ ਕੋਲ ਰਿਕਾਰਡ ਸਾਰਾ ਹੈਗਾ, ਡੇਲੀ ਦਾ ਡੇਲੀ ਰਿਕਾਰਡ ਜਾ ਰਿਹਾ ਉਹਨਾਂ ਕੋਲ। ਚਿੱਤਰਗੁਪਤ ਇੱਕ ਮੇਰੇ ਮੋਢੇ 'ਤੇ ਬੈਠੇ ਇੱਕ ਅੰਦਰ ਬੈਠਾ ਵੀ ਕੀ ਸੋਚ ਰਿਹਾ, ਰਿਪੋਰਟ ਭੇਜ ਰਿਹਾ। ਇਹ ਆਹ ਸੋਚ ਰਿਹਾ ਹੈ ਵੀ ਫਲਾਣੇ ਦੇ ਘਰੋਂ ਚੋਰੀ ਕਰਕੇ ਲਿਆਈਏ, ਜਾ ਰਹੀ ਰਿਪੋਰਟ। ਦੂਜਾ ਮੋਢੇ 'ਤੇ ਬੈਠਾ ਜਿਹੜਾ ਵੇਖ ਰਿਹਾ ਕਰ ਕੀ ਰਿਹਾ ਸਾਹਮਣੇ। ਇੱਕ ਗੁਪਤ ਹੈ ਜੋ ਮੈਂ ਲੋਕਾਂ ਤੋਂ ਛੁਪਾ ਕੇ ਕਰਦਾ, ਉਹਨੂੰ ਗੁਪਤ ਵੇਖ ਰਿਹਾ। ਜੋ ਮੈਂ ਲੋਕਾਂ ਦੇ ਸਾਹਮਣੇ ਕਰ ਉਹਨੂੰ ਚਿੱਤਰ ਵੇਖ ਰਿਹਾ। ਚਿੱਤਰ ਗੁਪਤ ਦੋ ਹੁੰਦੇ ਨੇ, ਅੰਦਰਲੀ ਅਤੇ ਬਾਹਰਲੀ ਰਿਪੋਰਟ ਜਾ ਰਹੀ ਉਹਨਾਂ ਕੋਲ। ਉੱਥੇ ਰਜਿਸਟਰ ਜੈਮਲ ਸਿੰਘ ਪੁੱਤਰ ਖਜਾਨ ਸਿੰਘ ਪੁੱਤਰ ਵਧਾਵਾ ਸਿੰਘ, ਕੋਠੀ ਨੰਬਰ 108, ਨਿਊ ਮੇਰ ਸਿੰਘ ਕਲੋਨੀ, ਤਿਰਪੜੀ, ਪਟਿਆਲਾ, ਪੰਜਾਬ, ਹਿੰਦੁਸਤਾਨ। ਉੱਥੇ ਐਡਰੈਸ ਲਿਖਿਆ, ਆ ਜਾ ਬਈ ਸੱਜਣਾ। ਉੱਥੋਂ ਫਿਰ ਜਮਦੂਤ ਜਦੋਂ ਭੇਜਦੇ ਨੇ ਸਾਰਾ ਐਡਰੈਸ ਦਿੰਦੇ ਨੇ। ਗਿੱਠ ਲੰਮਾ ਫੁਰਰਾ ਹੁੰਦਾ, ਗਿੱਠ ਲੰਮਾ ਜੈਮਲ ਸਿੰਘ ਸਪੁੱਤਰ ਖਜਾਨ ਸਿੰਘ ਸਪੁੱਤਰ ਵਧਾਵਾ ਸਿੰਘ, ਕੋਠੀ ਨੰਬਰ 108, ਨਿਊ ਮੇਰ ਸਿੰਘ ਕਲੋਨੀ, ਤਿਰਪੜੀ, ਪਟਿਆਲਾ, ਪੰਜਾਬ, ਹਿੰਦੁਸਤਾਨ। 2:10 'ਤੇ ਚੱਕ ਲਿਓ। ਆ ਜਿਹੜਾ ਸਜ ਤੁਰਦਾ ਬਣ ਆ ਜਾਵੇ, ਸੁਨੇਹਾ ਆ ਗਿਆ 2:10 ਦੇ। ਇਹ ਵਾਰੀ ਮੇਰੇ ਮੂੰਹ ਨਿਕਲਦਾ, ਸ਼ਾਇਦ ਮੈਂ 2:10 'ਤੇ ਹੀ ਮਰਨਾ ਹੋਵੇ। ਕਿਉਂਕਿ ਕਈ ਵਾਰੀ ਮੈਂ ਜਦੋਂ ਵੀ ਉਦਾਹਰਨ ਦਿੰਦਾ ਮੇਰੇ ਮੂੰਹ 2:10 ਹੀ ਨਿਕਲਦਾ ਹੈ। ਬਾਕੀ ਦੇਖੀ ਜੇ ਤੁਸੀਂ ਵੇਖ ਲਿਓ ਕਿੰਨੇ ਵਜੇ ਮਰਿਆ। ਸੋ ਇਸ ਲਈ ਸਾਡਾ ਕੁਝ ਵੀ ਛਿਪ ਨਹੀਂ ਸਕਦਾ। ਇੱਕ ਚਿੱਤਰ ਹੈ ਜੋ ਲੋਕਾਂ ਦੇ ਸਾਹਮਣੇ ਮੈਂ ਕਰ ਰਿਹਾ ਹਾਂ, ਇੱਕ ਗੁਪਤ ਹੈ ਜੋ ਮੈਂ ਲੋਕਾਂ ਤੋਂ ਛੁਪਾ ਕੇ ਕਰ ਰਿਹਾ। ਉਹ ਵੀ ਉਹਨੂੰ ਪਤਾ ਹੈ, ਉਹ ਵੀ ਰਿਪੋਰਟ ਭੇਜ ਰਿਹਾ ਵੀ ਲੋਕਾਂ ਨੂੰ ਕੀ ਕਹਿੰਦਾ, ਆਪ ਕੀ ਕਰਦਾ। ਆ ਜਾ ਵੀ ਸੱਜਣ, ਚਲੋ ਚੰਗਾ ਤੂੰ ਲੋਕਾਂ ਨੂੰ ਤਾਂ ਚੰਗਾ ਕਿਹਾ, ਆਪ ਨਹੀਂ ਕੀਤਾ। ਇੱਕ ਤਾਂ ਤੂੰ ਚੰਗਾ ਕੰਮ ਕੀਤਾ, ਲੋਕਾਂ ਨੂੰ ਤਾਂ ਸਿੱਖਿਆ ਦੇ ਕੇ ਆਏ, ਪਰ ਜੋ ਲੋਕਾਂ ਨੂੰ ਸਿੱਖਿਆ ਦਿੱਤੀ ਆਪ ਨਹੀਂ ਉਸ 'ਤੇ ਚੱਲਿਆ। ਆ ਜਾ ਵੀ ਤੈਨੂੰ ਕਰੀਏ ਸਿੱਧਾ, ਫਿਰ ਇੱਕ ਜਨਮ ਤੈਨੂੰ ਹੋਰ ਦੇਵਾਂਗੇ, ਟੱਲੀਆਂ ਰਹੀ ਉੱਥੇ। ਹਾਂਜੀ, ਗੁਪਤ ਵੀ ਅੰਦਰ ਹੀ ਬੈਠਾ ਹੈ। ਬਚੇ ਜਾਏ ਤਾਂ ਜਾਏ ਕਹਾਂ, ਕਿਸ ਤੋਂ ਬਚੀਏ। ਹਾਂਜੀ, ਬਚ ਨਹੀਂ ਸਕਦਾ ਬੰਦਾ। ਸੋ ਗੁਰੂ ਮਹਾਰਾਜ ਕਹਿੰਦੇ, ਜੋ ਜਪੈ ਸੋ ਹੋਏ ਪੁਨੀਤ। ਜਿਹੜਾ ਵੀ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ। ਭਗਤ ਪਾਏ ਲਾਵੇ ਮਨ ਹੀਤ। ਉਹ ਪਿਆਰ ਸਹਿਤ ਭਾਏ, ਪਿਆਰ ਨੂੰ ਕਹਿੰਦੇ। ਉਹ ਪਿਆਰ ਸਹਿਤ ਭਗਤੀ ਕਰਦਾ। ਮਨ ਹੀਤ ਮੈਨੇ ਹਿਤ, ਪਿਆਰ ਮਨ 'ਚ ਪਰਮਾਤਮਾ ਨੂੰ ਪਿਆਰ ਕਰਦਾ ਹੈ। ਜਿਹੜਾ ਮਨ 'ਚ ਪਰਮਾਤਮਾ ਨੂੰ ਪਿਆਰ ਕਰਦਾ ਹੈ, ਪਿਆਰ ਸਹਿਤ ਭਗਤੀ ਕਰਦਾ ਹੈ, ਜੋ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ। ਹਮ ਨਿਰਗੁਣਿਆਰ ਨੀਚ ਅਜਾਨ, ਨਾਨਕ ਤੁਮਰੇ ਸ਼ਰਨ ਪੁਰਖ ਭਗਵਾਨ। ਅਸੀਂ ਨਿਰਗੁਣਿਆਰ ਹਾਂ, ਸਾਡੇ 'ਚ ਕੋਈ ਕਹਿੰਦੇ ਗੁਣ ਨਹੀਂ ਹੈ, ਅਸੀਂ ਬਿਨਾਂ ਗੁਣ ਦੇ ਹਾਂ। ਨੀਚ ਘਟੀਆ ਹਾਂ,
ਅਜਾਨ ਅਗਿਆਨੀ ਹਾਂ। ਹੇ ਪਰਮਾਤਮਾ, ਅਸੀਂ ਤੁਹਾਡੀ ਸ਼ਰਨ 'ਚ ਆਏ ਹਾਂ। ਜੇ ਕੋਈ ਸੱਚੇ ਦਿਲੋਂ ਪਰਮਾਤਮਾ ਦੀ ਸ਼ਰਨ 'ਚ ਆ ਜਾਵੇ, ਫਿਰ ਪਰਮਾਤਮਾ ਪਿਛਲੇ ਔਗਣ ਬਖਸ਼ ਦਿੰਦਾ। ਹਰ ਕੇ ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ। ਜੇ ਕੋਈ ਇੱਕ ਸੈਕਿੰਡ ਵੀ ਪਰਮਾਤਮਾ ਦੇ ਇੱਕ ਮਨ ਇੱਕ ਚਿੱਤ ਹੋ ਕੇ ਉਹਦੇ ਗੁਣ ਗਾ ਲੈਣਾ, ਇੱਕ ਮਨ ਇੱਕ ਚਿੱਤ ਹੋਣਾ ਹੀ ਬਹੁਤ ਮੁਸ਼ਕਿਲ ਹੈ। ਦਸਮ ਪਾਤਸ਼ਾਹ ਕਹਿੰਦੇ ਜਿਹੜਾ ਇੱਕ ਮਨ ਇੱਕ ਚਿੱਤ ਹੋ ਕੇ ਇੱਕ ਛਿਨ ਨੇ ਵੀ ਪਰਮਾਤਮਾ ਨੂੰ ਯਾਦ ਕਰਦਾ ਨਾ, ਉਹ ਜੰਮਣ ਮਰਨ ਦੇ ਚੱਕਰ 'ਚ ਹੀ ਨਹੀਂ ਆਉਂਦਾ, ਉਹ ਮੁਕਤ ਹੋ ਜਾਂਦਾ। ਸਾਡਾ ਮਨ ਹੀ ਨਹੀਂ ਟਿਕਦਾ ਹੈ। ਤੁਸੀਂ 100 ਵਾਰ ਵਾਹਿਗੁਰੂ ਵਾਹਿਗੁਰੂ ਕਰਦੇ ਹੋ, 50 ਕੁ ਵਾਰੀ ਧਿਆਨ ਹੁੰਦਾ, 50 ਕੁ ਵਾਰੀ ਇੱਧਰ ਉੱਧਰ ਫਿਰਦਾ ਰਹਿੰਦਾ। ਚਲੋ 100 'ਚ 50 ਨੰਬਰ ਤਾਂ ਆਏ, ਫਿਰ ਟਰਾਈ ਕਰੋ। ਫਿਰ 60 ਨੰਬਰ ਆ ਗਏ, ਫਿਰ ਟਰਾਈ ਕਰਦੇ ਰਹੋ। ਹੌਲੀ 70 ਆ ਗਏ, ਫਿਰ ਟਰਾਈ ਕਰਦੇ ਰਹੋ। 80 ਆ ਗਏ, ਹੋਰ ਟਰਾਈ ਕਰੋ। ਹੌਲੀ 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 ਹੋ ਜਾਏਗਾ। ਜੇ ਅਸੀਂ ਵਾਕਈ ਧਿਆਨ ਨਾਲ ਕਰਨਾ ਚਾਹੀਏ, ਕਰ ਸਕਦੇ ਹਾਂ। ਉਹਦੇ ਲਈ ਹੁੰਦਾ ਵੀ ਜਿਵੇਂ ਆਪਾਂ ਜੋੜ ਕੇ ਪੜ੍ਹਦੇ ਹਾਂ ਬਾਣੀ, ਇਸ ਤਰ੍ਹਾਂ ਜੋੜ ਕੇ ਪੜ੍ਹੋ, ਮਨ ਟਿਕ ਜਾਏਗਾ, ਮਨ ਟਿਕ ਜਾਏਗਾ। ਹਮ ਨਿਰਗੁਣਿਆਰ ਨੀਚ ਅਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ। ਨਾਲੇ ਬਾਣੀ ਬਿਲਕੁਲ ਸ਼ੁੱਧ ਹੋ ਜਾਏਗੀ। ਅਸੀਂ ਜੋੜ ਕੇ ਪੜ੍ਹਦੇ। 99.99% ਕਥਾਕਾਰ ਕੀਰਤਨੀਏ ਪਾਠੀ ਗ੍ਰਹਿ ਨੂੰ ਗ੍ਰਹਿ ਪੜ੍ਹਦੇ ਨੇ, ਕੋਈ ਜੋੜ ਕੇ ਨਹੀਂ ਨਾ ਪੜ੍ਹਦੇ, ਉਹੀ ਪੜ੍ਹੀ ਜਾਂਦੇ। ਜੋ ਜੋੜ ਕੇ ਪੜ੍ਹਨ ਵੀ ਗੱਗੇ ਨੂੰ ਸਿਆਰੀ ਪੈਰ 'ਚ ਰਾਰਾ ਅੱਗੇ ਹਾਹਾ, ਇਹਨਾਂ ਦੇ ਪਤਾ ਹੀ ਹੈ। ਟੀਚਰ ਨੇ ਦੱਸਿਆ ਹੁੰਦਾ ਕਿ ਜਿਹੜੀ ਗੱਗੇ ਨੂੰ ਸਿਆਰੀ ਰਾਰੇ ਨਾਲ ਬੋਲੇਗੀ, ਫਿਰ ਗੱਗਾ ਰਾਰੇ ਨੂੰ ਸਿਆਰੀ ਹਾਹਾ, ਕੀ ਬਣ ਗਿਆ? ਗ੍ਰਹਿ ਬੋਲਦੇ ਗ੍ਰਹਿ। ਇਸ ਵਿੱਚ ਜੋੜ ਕੇ ਨਹੀਂ ਪੜ੍ਹਦੇ, ਇਸ ਲਈ ਸ਼ੁੱਧ ਨਹੀਂ ਹੈ। ਜੋੜ ਜਿਵੇਂ ਪਹਿਲੀ ਵਾਲਾ ਬੱਚਾ ਕੱਕੇ ਨੂੰ ਕੰਨਾ ਕਹਿੰਦਾ ਕਾ, ਕੱਕੇ ਨੂੰ ਕੰਨਾ ਕਾ, ਟੀਚਰ ਕਹਿੰਦਾ ਕੀ ਬਣ ਗਿਆ? ਕਾਕਾ। ਬੱਚਿਆਂ ਵਾਂਗੂ ਤੁਸੀਂ ਬਾਣੀ ਪੜ੍ਹਨੀ ਸ਼ੁਰੂ ਕਰੋ, ਅੱਜ ਹੀ ਸ਼ੁੱਧ ਹੋ ਜਾਏਗੀ। ਜੇ ਤੁਸੀਂ BM ਵਾਂਗੂ ਪੜ੍ਹੋਗੇ ਸਾਰੀ ਉਮਰ ਹੀ ਗਲਤ ਗ੍ਰਹਿ ਬੋਲੀ ਜਾਓਗੇ। ਬੱਚਿਆਂ ਵਾਂਗੂ ਪੜ੍ਹੋਗੇ ਅੱਜ ਹੀ ਠੀਕ ਹੋ ਜਾਏਗਾ। ਗ੍ਰਹਿ ਜੋੜ ਕੇ ਪੜ੍ਹੇ ਨਾ। ਵੀ ਜਿਹੜੀ ਗੱਗੇ ਨੂੰ ਸਿਆਰੀ ਲੱਗੀ ਹੈ, ਇਹ ਜਿਹੜਾ ਪੈਰ 'ਚ ਰਾਰਾ ਲੱਗੇ ਉਹਦੇ ਨਾਲ ਬੋਲਦੀ ਹੈ, ਨਹੀਂ ਤਾਂ ਗਿਰਹ ਬਣ ਹੋ ਜਾਏਗਾ। ਗ੍ਰਹਿ ਤਾਂ ਵੀ ਨਾ ਹੋਇਆ, ਗ੍ਰਹਿ ਤੇ ਤਾਂ ਵੀ ਨਾ ਹੋਇਆ। ਜਿਹੜੀ ਸਿਆਰੀ ਜਾਂ ਲਾਂ ਕੋਈ ਲੱਗੀ ਜਾਂਦੀ, ਜਿਵੇਂ ਪ੍ਰੇਮ ਹੈ, ਪੱਪੇ ਦੇ ਪੈਰ 'ਚ ਰਾਰਾ ਉੱਤੇ ਲਾਂ ਮੰਮਾ, ਤਾਂ ਜਿਹੜੀ ਪੱਪੇ 'ਤੇ ਲਾਂ ਕਿਹਦੇ ਨਾਲ ਬੋਲੇਗੀ? ਰਾਰੇ ਨਾਲ, ਪ੍ਰੇਮ। ਇਸ ਤਰ੍ਹਾਂ ਜਿਹੜਾ ਹੈ ਗੱਗੇ ਨੂੰ ਸਿਆਰੀ ਪੈਰ 'ਚ ਰਾਰਾ, ਤਾਂ ਗੱਗੇ ਨੂੰ ਸਿਆਰੀ ਕਿਹਦੇ ਨੇ ਬੋਲੇਗੀ? ਰਾਰੇ ਨਾਲ। ਅਤੇ ਗੱਗਾ ਰਾਰੇ ਨੂੰ ਸਿਆਰੀ ਅਤੇ ਹਾਹਾ ਬੋਲੋ, ਕੀ ਬਣ ਗਿਆ? ਗ੍ਰਹਿ। ਆਪੇ ਠੀਕ ਹੋ ਗਿਆ। ਤੁਸੀਂ ਜੋੜ ਕੇ ਪੜ੍ਹਦੇ ਹੀ ਨਹੀਂ, ਉਂਝ ਅੱਟੇ ਸੱਟੇ ਨਾਲ ਪੜ੍ਹੀ ਜਾਂਦੇ, ਇਸ ਲਈ ਗਲਤ ਪੜ੍ਹੀ ਜਾਂਦੇ। ਕਰੇ ਤਾਂ ਕਰੇ ਕੀ? ਜੇ ਤੁਸੀਂ ਇਸ ਤਰ੍ਹਾਂ ਬਾਣੀ ਪੜ੍ਹਨ ਲੱਗ ਜਾਓ ਨਾ, ਇੱਕ ਸਹਿਜ ਪਾਠ ਕਰ ਲਓ, ਇਸ ਤਰ੍ਹਾਂ ਪਾਠ ਤੁਹਾਡਾ ਟੋਟਲ ਸ਼ੁੱਧ ਹੋ ਜਾਏਗਾ। ਪਰ ਤੁਸੀਂ ਇਸ ਤਰ੍ਹਾਂ ਕਰਨਾ ਹੀ ਨਹੀਂ। ਕਿਹਦੇ 'ਚ ਇੰਨਾ ਹੌਸਲਾ ਜੀ, ਕਿਹਦੇ 'ਚ ਇੰਨਾ ਸਬਰ ਹੈ? ਇੱਥੇ ਮੈਂ ਕਹਿੰਦਾ ਵੀ ਜੇ ਤੁਸੀਂ ਚਾਹੁੰਦੇ ਕਿ ਤੁਹਾਡੇ ਪੇਟ 'ਚ ਕੋਈ ਨੁਕਸ ਨਾ ਪਵੇ, ਤਾਂ 34 ਵਾਰ ਬੁਰਕੀ ਨੂੰ ਚਬਾਇਆ ਕਰੋ, ਫਿਰ ਉਹਨੂੰ ਅੰਦਰ ਲੰਘਾਓ, ਫਿਰ ਤੁਹਾਡੇ ਪੇਟ 'ਚ ਗੈਸ ਨਹੀਂ ਬਣੇਗੀ। ਇੱਕ ਬੰਦੇ ਨੇ ਅਮਲ ਕਰ ਲਿਆ ਜੀ। ਹੁਣ ਤਾਂ ਇੱਕ ਰੋਟੀ ਖਾਂਦੇ ਕਿੰਨਾ ਹੀ ਸਮਾਂ ਲੱਗ ਗਿਆ। ਘਰ ਵਾਲੀ ਕਹਿੰਦੀ ਕੀ ਗੱਲ ਅੱਜ ਬੜੀ ਦੇਰ ਲਾਤੀ ਹੈ? ਕਹਿੰਦੇ ਬਾਬਾ ਜੀ ਕਹਿੰਦੇ ਕਹਿੰਦੇ ਉਹਦਾ ਵਿਹਲਾ ਹੈ, ਛੇਤੀ ਕਰ, ਮੈਂ ਆਪਣਾ ਰੋਟੀ ਖਾਣੀ ਹੈ। ਚੱਲ ਕਹਿੰਦੇ ਇੱਕ ਮੈਂ ਚਬਾ ਖਾ ਲਈ, 2 ਵੈਸੇ ਹੀ ਲੰਘਾਤੀਆਂ। ਕਿਸੇ ਚੀਜ਼ ਲਈ ਸਬਰ ਦੀ ਲੋੜ ਹੁੰਦੀ ਹੈ, ਅਤੇ ਇੰਨਾ ਸਬਰ ਲੋਕਾਂ 'ਚ ਹੈ ਹੀ ਨਹੀਂ ਵੀ ਅਸੀਂ ਜਿਹੜਾ ਅੱਧੇ 35 ਮਿੰਟ ਨਿਤਨੇਮ ਕਰਦੇ, ਕਿਤੇ ਘੰਟਾ ਸਵਾ ਘੰਟੇ ਕਰਕੇ ਵੇਖ ਲਈਏ, ਮਨ ਟਿਕ ਜਾਏਗਾ, ਮਨ ਟਿਕ ਜਾਏਗਾ। ਅਸੀਂ ਟਿਕਾਉਣਾ ਹੀ ਨਹੀਂ ਚਾਹੁੰਦੇ, ਉਂਝ ਚਾਹੁੰਦੇ ਹਾਂ ਮਨ ਟਿਕਾਉਣਾ ਹੀ ਨਹੀਂ ਚਾਹੁੰਦੇ, ਢੰਗ ਨਹੀਂ ਵਰਤਦੇ, ਉਹ ਟਿਕੇ ਕਿਵੇਂ? ਮਰਜ਼ੀ ਆਪਣੀ ਕਹਿੰਦੇ। ਗਿਆਨ ਕੀ ਕਰੇਗਾ ਫਿਰ? ਗਿਆਨ ਵੀ ਉਹੀ ਲਾਭਦਾਇਕ ਹੁੰਦਾ ਜਿਸ ਦੀ ਵਰਤੋਂ ਕੀਤੀ ਜਾਵੇ।
ਗਿਆਨ ਗਿਆਨ ਹੈ, ਵਰਤੋਂ ਨਹੀਂ ਕੀਤੀ ਜਾ ਰਹੀ, ਫਿਰ ਜੈਸੇ ਗਿਆਨ ਹੋਇਆ ਜੈਸੇ ਨਾ ਹੋਇਆ। ਤੁਸੀਂ ਪੜ੍ਹਿਆ ਸੁਖਮਨੀ ਸਾਹਿਬ ਲੱਗੇ ਪੜ੍ਹਨ, ਉੱਥੇ ਲਿਖਿਆ ਪਹਿਲੀ ਲਾਈਨ, ਸਿਮਰੋ ਸਿਮਰ ਸਿਮਰ ਸੁਖ ਪਾਓ। ਗੁਟਕਾ ਬੰਦ ਕਰ ਦਿਓ ਅਤੇ ਸਿਮਰਨ ਕਰਦੇ ਰਹੋ, ਸਾਲਾਂ ਬੱਧੀ ਕਰਦੇ ਰਹੋ। ਜਦੋਂ ਸੁੱਖ ਦੀ ਪ੍ਰਾਪਤੀ ਹੋ ਗਈ ਉਦੋਂ ਅਗਲੀ ਲਾਈਨ ਪੜ੍ਹ ਲਿਓ। ਇਹਨੂੰ ਕਹਿੰਦੇ ਨੇ ਐਜੂਕੇਸ਼ਨ। ਇਹਨੂੰ ਕੀ ਕਹਿੰਦੇ ਨੇ? ਐਜੂਕੇਸ਼ਨ। ਜਿਹੜੇ ਤੁਸੀਂ ਹੋ, ਤੁਸੀਂ ਲਿਟਰੇਟ ਹੋ, ਤੁਸੀਂ ਲਿਟਰੇਟ ਹੋ, ਐਜੂਕੇਟਡ ਨਹੀਂ ਹੋ। ਉਂਝ ਕਹਿੰਦੇ ਬੰਦਾ ਐਜੂਕੇਟਡ ਹੈ, ਮੈਂ ਸੁਆਹ ਹੈ, ਸ਼ਰਾਬਾਂ ਤੇ ਪੀ ਰਿਹਾ, ਐਜੂਕੇਟਡ ਕਰਦੇ ਕਿ ਕਿਹੜੀ ਵਿੱਦਿਆ ਨੇ ਇਹਨੂੰ ਕਿਹਾ ਵੀ ਸ਼ਰਾਬਾਂ ਪੀਆ ਕਰ? ਕਿਸੇ ਟੀਚਰ ਨੇ ਕਿਹਾ ਸ਼ਰਾਬਾਂ ਪੀਆ ਕਰੋ? ਕੋਈ ਸ਼ਰਾਬ ਪੀਣ ਵਾਲਾ ਟੀਚਰ ਵੀ ਆਪਣੇ ਵਿਦਿਆਰਥੀਆਂ ਨੂੰ ਨਹੀਂ ਕਹਿੰਦਾ ਸ਼ਰਾਬਾਂ ਪੀਆ ਕਰੋ। ਉਹ ਸਿੱਖਿਆ ਹੀ ਦਿੰਦਾ ਹੈਗਾ, ਸਾਰੇ ਸਿਆਣੇ ਸਿੱਖਿਆ ਦਿੰਦੇ। ਮੈਂ ਕਾਹਦੇ ਐਜੂਕੇਟਡ ਨੇ? ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਵਿਦਿਆ ਦੀ ਜਦੋਂ ਤੁਸੀਂ ਵਿਚਾਰ ਕਰੋਗੇ, ਪਰਉਪਕਾਰ ਕਰੋਗੇ, ਭਲਾ ਲੋਕਾਂ ਦਾ ਕਰੋਗੇ। ਬਸ ਪੜ੍ਹੀ ਜਾ ਰਹੇ ਹੋ। ਇਹੀ ਕਾਰਨ ਹੈ ਕਿ ਸਾਡੀ ਵਿਦਿਆ ਨੇ ਸਾਨੂੰ ਨੌਕਰੀਆਂ ਦੀ ਯੋਗਤਾ ਬਣਾਤਾ ਹੈ, ਸਿਆਣੇ ਨਹੀਂ ਬਣਾਇਆ। ਅੱਜ ਦੀ ਵਿਦਿਆ ਨੇ ਮਨੁੱਖ ਨੂੰ ਚਲਾਕ ਬਣਾਤਾ ਹੈ। ਸਿਆਣੇ 10% ਨੇ, ਚਲਾਕ 80% ਲੋਕ ਨੇ। ਚਲਾਕ 80% ਨੇ, ਸਿਆਣੇ ਮਸਾਂ 10% ਨੇ, ਬਾਕੀ ਪਾਗਲ ਨੇ। ਬਾਕੀ ਪਾਗਲ ਨੇ, ਕਿਉਂਕਿ ਜਿਹੜਾ ਚਲਾਕ ਉਹ ਪਾਗਲ ਨਹੀਂ ਹੁੰਦਾ, ਉਹ ਬੜਾ ਸਿਆਣਾ ਹੁੰਦਾ ਹੈ, ਪਰ ਆਪਣੇ ਦਿਮਾਗ ਨੂੰ ਪੁੱਠੇ ਪਾਸੇ ਵਰਤਦਾ ਹੈ। ਉਹ ਪੁੱਠੇ ਪਾਸੇ ਦਿਮਾਗ ਨੂੰ ਲਾਉਂਦਾ ਬਜਾਏ ਸਿੱਧੇ ਦੇ। ਜਦ ਦਿਮਾਗ ਦੇ ਸਿੱਧੇ ਪਾਸੇ ਲੋਕ, ਫਿਰ ਤੁਸੀਂ ਸਿਆਣੇ ਹੋ ਜਾਓਗੇ। ਉਹਨੂੰ ਕਹਿੰਦੇ ਸਿਆਣਾ ਹੈ ਜੀ। ਅਤੇ ਸਿਆਣੇ ਦੇ ਬਹੁਤ ਘੱਟ ਨੇ। ਸਿਆਣਾ ਬੰਦੇ ਕਦੇ ਸ਼ਰਾਬ ਨਹੀਂ ਪੀਂਦਾ, ਕਦੇ ਚੋਰੀ ਨਹੀਂ ਕਰਦਾ, ਕਦੇ ਡਾਕੇ ਨਹੀਂ ਮਾਰਦਾ, ਕਦੇ ਕਿਸੇ ਨਾਲ ਠੱਗੀ ਨਹੀਂ ਕਰਦਾ, ਕਿਸੇ ਨਾਲ ਮਿਲਾਵਟ ਨਹੀਂ ਕਰਦਾ, ਧੋਖਾਧੜੀ ਨਹੀਂ ਕਰਦਾ, ਲੋਕਾਂ ਤੋਂ ਰਿਸ਼ਵਤਾਂ ਨਹੀਂ ਲੈਂਦਾ, ਕੁੱਟਮਾਰ ਨਹੀਂ ਕਰਦਾ, ਕਿਤੇ ਮਕਾਨ ਨਹੀਂ ਦਬਦਾ, ਕਿਤੇ ਪਲਾਟ ਨਹੀਂ ਦਬਦਾ, ਕਿਤੇ ਪੈਸੇ ਲੈ ਕੇ ਮੁਕਰਦਾ ਨਹੀਂ ਹੈਗਾ। ਇਹ ਸਿਆਣੇ ਦੀ ਨਿਸ਼ਾਨੀ। ਅਤੇ ਹੁਣ ਨਿਗਾਹ ਮਾਰ ਲਓ, ਫਿਰ ਕਿੰਨੇ ਕੁ ਸਿਆਣੇ ਨੇ। ਨਿਗਾਹ ਤੁਸੀਂ ਸਮਾਜ 'ਚ ਮਾਰ ਲਓ, ਉਹਨੂੰ ਕਹਿੰਦੇ ਸਿਆਣਾ। ਇਸ ਲਈ ਮਸਾਂ 10% ਸਿਆਣੇ ਨੇ, ਬਸ ਬਾਕੀ ਚਲਾਕ ਨੇ, ਇੱਕ ਦੂਜੇ ਨੂੰ ਠੱਗਣ 'ਤੇ ਲੱਗੇ ਹੋਏ ਨੇ, ਮੂਰਖ ਬਣਾਉਣ 'ਤੇ ਲੱਗੇ ਹੋਏ ਹਨ। ਸੋ ਗੁਰੂ ਮਹਾਰਾਜ ਕਹਿੰਦੇ, ਹਮ ਨਿਰਗੁਣਿਆਰ ਨੀਚ ਅਜਾਨ। ਅਸੀਂ ਨਿਰਗੁਣਿਆਰੇ ਹਾਂ, ਅਸੀਂ ਘਟੀਆ ਹਾਂ, ਅਸੀਂ ਅਣਜਾਣ ਹਾਂ, ਅਗਿਆਨੀ ਹਾਂ। ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ। ਹੇ ਪਰਮਾਤਮਾ, ਅਸੀਂ ਤੁਹਾਡੀ ਸ਼ਰਨ 'ਚ ਆਏ ਹਾਂ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ। ਕਹਿੰਦੇ ਇੱਕ ਸੈਕਿੰਡ ਲਈ ਵੀ ਪਰਮਾਤਮਾ ਦੇ ਕੋਈ ਗੁਣ ਗਾ ਲੈ ਨਾ, ਬੈਕੁੰਠ ਸਵਰਗ ਨੂੰ ਕਹਿੰਦਾ, ਉਹਨੂੰ ਸਵਰਗ ਪ੍ਰਾਪਤ ਹੋ ਜਾਏਗਾ। ਮੁਕਤ ਮੋਖ, ਉਹਨੂੰ ਮੁਕਤੀ ਮਿਲ ਜਾਏਗੀ। ਮੋਖ ਅਤੇ ਮੁਕਤੀ ਇੱਕੋ ਹੀ ਗੱਲ ਹੈ, ਉਹਨੂੰ ਮੁਕਤੀ ਮਿਲ ਜਾਏ, ਜੰਮਣ ਮਰਨ ਤੋਂ ਰਹਿਤ ਹੋ ਜਾਏਗਾ। ਅਨੇਕ ਰਾਜ ਭੋਗ ਵਡਿਆਈ, ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਏ। ਜਿਹਨੂੰ ਹਰੀ ਦੇ ਨਾਮ ਦੀ ਕਥਾ ਚੰਗੀ ਲੱਗੇ ਨਾ, ਪਰਮਾਤਮਾ ਦੀ ਸਿਫਤ ਸਲਾਹ ਚੰਗੀ ਲੱਗੇ, ਜਿਹਨੂੰ ਬਾਣੀ ਚੰਗੀ ਲੱਗੇ, ਜਿਹਨੂੰ ਸਿਮਰਨ ਚੰਗਾ ਲੱਗੇ, ਫਿਰ ਕੀ ਹੁੰਦਾ? ਸਮਝੋ ਉਹਨੇ ਅਨੇਕਾਂ ਪ੍ਰਕਾਰ ਦਾ ਰਾਜ ਕਰ ਲਿਆ, ਉਹਨੇ ਅਨੇਕਾਂ ਪ੍ਰਕਾਰ ਦੇ ਭੋਗ ਭੋਗ ਲਏ, ਉਹਨੂੰ ਵਡਿਆਈ ਮਿਲ ਗਈ। ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ। ਅਨੇਕ ਹਰ ਕੇ ਨਾਮ ਕੀ ਕਥਾ ਮਨ ਭਾਏ, ਬਹੁ ਭੋਜਨ, ਅੱਗੇ ਕਹਿੰਦੇ ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਦੇ ਹਰ ਹਰ ਨੀਤ। ਨੀਤ ਹੁੰਦਾ ਹਮੇਸ਼ਾ, ਜਿਹਦੀ ਰਸਨਾ ਜੀਵ ਹਮੇਸ਼ਾ ਨਾਮ ਜਪਦੀ ਰਹਿੰਦੀ ਹੈ, ਜਪਦੀ ਰਹਿੰਦੀ ਹੈ। ਸਮਝੋ ਨੇ ਕਿੰਨੇ ਪ੍ਰਕਾਰ ਦਾ ਭੋਜਨ ਖਾ ਲਿਆ, ਅਤੇ ਕਿੰਨੇ ਪ੍ਰਕਾਰ ਦੇ ਕੱਪੜੇ ਪਾ ਲਏ, ਅਤੇ ਪ੍ਰਕਾਰ ਰੰਗ ਅਤੇ ਕਈ ਪ੍ਰਕਾਰ ਦੇ ਸੰਗੀਤ ਸੁਣ ਲਏ। ਹੈ ਸਮਝੋ, ਜਿਹਦਾ ਰਸਨਾ ਨਾਮ ਜਪਦੀ। ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਮੰਤ ਹੁੰਦਾ ਉਪਦੇਸ਼। ਜਿਹਦੇ ਹਿਰਦੇ ਪੂਰੇ ਗੁਰੂ ਦਾ ਉਪਦੇਸ਼ ਵਸ ਗਿਆ, ਭਲੀ ਸੋ ਕਰਨੀ, ਉਹ ਫਿਰ ਭਲੇ ਕਰਮ ਕਰੇਗਾ। ਸੋਭਾ, ਉਹਦੀ ਬਹੁਤ ਵਡਿਆਈ ਹੋਵੇਗੀ। ਧਨਵੰਤ, ਉਹ ਅਮੀਰ ਹੋ ਜਾਏਗਾ, ਕਿਉਂਕਿ ਗੁਰੂ ਦਾ ਉਪਦੇਸ਼, ਗੁਰੂ ਦੀ ਬਾਣੀ ਹਿਰਦੇ 'ਚ ਵਸ ਗਈ। ਜੋ ਸਾਡਾ ਗੁਰਬਾਣੀ ਅਨੁਸਾਰ ਜੀਵਨ ਹੋ ਜਾਏਗਾ ਨਾ, ਅਸੀਂ ਆਪੇ ਹੀ ਭਲੇ ਕਰਮ ਕਰਾਂਗੇ, ਸਾਡੀ ਵਡਿਆਈ ਹੋਣੀ ਸ਼ੁਰੂ ਹੋ ਜਾਏਗੀ, ਅਸੀਂ ਅਮੀਰ ਹੋਣੇ ਸ਼ੁਰੂ ਹੋ ਜਾਵਾਂਗੇ।
ਉਹ ਬਾਬਾ ਜੀ ਮੇਰਾ ਕਾਰੋਬਾਰ ਨਹੀਂ ਚੱਲਦਾ, ਅਸੀਂ ਉਹਨੂੰ ਫਿਰ ਬਾਣੀ ਦਿੰਦੇ, ਹੱਲ ਕਰ ਪਾਠ। ਫਿਰ ਹਾਂ ਜੀ ਪਹਿਲਾਂ ਨਾਲ ਫਰਕ ਪੈ ਗਿਆ, ਮੈਂ ਫਿਰ ਹੋਰ ਕਰ ਫਿਰ ਲੱਗਾ ਰਿਹਾ, ਅਤੇ ਆਪੇ ਹੀ ਫਿਰ ਹੋ ਗਏ ਨਾ ਵੱਧਦਾ ਧਨ ਦੌਲਤ। ਜੇ ਹਿਰਦੇ ਬਸੇ ਪੂਰਨ ਗੁਰਮੰਤ, ਜਿਹਦੇ ਗੁਰੂ ਦਾ ਮੰਤਰ ਜਿਹਦੇ ਹਿਰਦੇ 'ਚ ਵਸ ਗਿਆ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਹੇ ਪਰਮਾਤਮਾ ਮੈਨੂੰ ਗੁਰੂ ਦੀ ਸੰਗਤ 'ਚ ਨਿਵਾਸ ਬਖਸ਼, ਮੈਨੂੰ ਗੁਰੂ ਦੀ ਸੰਗਤ ਬਖਸ਼। ਫਿਰ ਕੀ ਹੋਏਗਾ? ਸਰਬ ਸੁਖ, ਮੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ। ਪ੍ਰਗਾਸ, ਮੇਰੇ ਅੰਦਰ ਗਿਆਨ ਦਾ ਚਾਨਣ ਹੋ ਜਾਵੇਗਾ। ਸਤਿਕਾਰਯੋਗ ਸਾਧੇ ਸਮਾਂ ਹੋ ਗਿਆ। 20ਵੀਂ ਅਸ਼ਟਪਦੀ ਸਮਾਪਤ ਹੋ ਗਈ। ਕੱਲ੍ਹ ਨੂੰ ਆਪਾਂ 21ਵੀਂ ਸ਼ੁਰੂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।